चलो सो ਇਹਦੇ ਅੰਦਰ ਚੌਥਾ ਪੁਆਇੰਟ ਆਪਣੇ ਕੋਲ ਫਿਰ ਇਹ ਬਣਦਾ ਕਿ ਵੀ नो फोर्स ऑफ अट्रैक्शन ठीक है among the different gas molecule ਉਹਨਾਂ ਚ ਕੋਈ attractive forces ਜਿਹੜੀ ਆ ਉਹ ਕਹਿੰਦਾ ਜੀ ਮੇਰੇ ਕੋਲ ਨਹੀਂ ਹੋਏਗੀ ਔਰ ਇਹਦੇ ਕਰਕੇ molecule ਕੋਲ ਜਿਹੜੀ એનર્ਜੀ ਆ molecule have only kinetic energy ਇਹਨੇ ਸੇ ਮੰਨ ਕੇ ਚੱਲਦੇ ਕਿ ਵੀ ਉਹਦੇ ਕੋਲ molecule ਕੋ ਜਿਹੜੀ ਮੇਨ એનર્ਜੀ ਦਾ ਸੋਰਸ ਆ ਉਹ ਐਸ ਸੱਚ kinetic ਫਾਰਮ ਹੋਏਗੀ ठीक है क्योंकि ਆਪਾਂ ਇਹ ਚੀਜ਼ ਅੱਗੇ ਵੀ ਦੱਸੀ ਸੀ ਬੇਟਾ ਕਿ ਵੀ molecule ਦੀ ਟੋਟਲ એનર્ਜੀ ਦੋ ਫਾਰਮ ਚ ਬਣਦੀ ਆ ਇੱਕ ਉਹਨਾਂ ਦੀ ਆਪਸ ਇੰਟਰ ਐਟੋਮਿਕ ਸੈਪਰੇਸ਼ਨ ਜਿਹੜੀ ਆ ਹੈਨਾ ਉਹਦੇ ਕਰਕੇ ਉਹਨਾਂ ਕੋ ਪੋਟੈਂਸ਼ੀਅਲ એનર્ਜੀ ਹੁੰਦੀ ਇੱਕ ਮੋਲੀਕਿਊਲ ਦੀ ਫ੍ਰੀ ਮੂਵਮੈਂਟ ਹੈਗੀ ਆ ਉਹ ਕਾਈਨੈਟਿਕ એનર્ਜੀ ਪਰ ਇੱਥੇ ਮੋਲੀਕੂਲਰ ਇੰਟਰੈਕਸ਼ਨ ਕੋਈ ਨਹੀਂ ਰਹਿ ਜਾਂਦੀ ਇੱਥੇ ਮੋਲੀਕੂਲਰ ਇੰਟਰੈਕਸ਼ਨ ਕੋਈ ਨਹੀਂ ਰਹਿ ਜਾਂਦੀ ਕਿਉਂਕਿ ਫੋਰਸ ਆਫ ਅਟਰੈਕਸ਼ਨ ਅਸੀਂ ਕਹਿੰਦੇ ਫਿਰ ਜ਼ੀਰੋ ਇਸ ਕਰਕੇ ਮੋਲੀਕਿਊਲ ਦੇ ਕੋਲ ਸਿਰਫ ਔਰ ਸਿਰਫ ਜਿਹੜੀ એનર્ਜੀ ਆ ਉਹ ਕਾਈਨੈਟਿਕ ਫਾਰਮ ਚ ਹੋਏਗੀ ਕਲੀਅਰ ਹੈ ਪੁਆਇੰਟ यस सर ਲਾਸਟ ਪੁਆਇੰਟ ਸੀਗਾ ਇਹਦਾ ਆਪਾਂ ਇੱਕ ਹੋਰ ਕੰਸੀਡਰ ਕੀਤਾ ਕਿ ਜਦੋਂ ਗੈਸ ਮੋਲੀਕਿਊਲ ਮੂਵ ਕਰਦੇ ਆ ਤੇ ਕੰਟੀਨਿਊਸਲੀ ਦੇ ਆਰ ਕੋਲਾਈਡਿੰਗ ਵਿਦ ਵਨ ਅਨਦਰ ਔਰ ਡਿਸਟੈਂਸ ਟਰੈਵਲਡ ਬਿਟਵੀਨ ਐਨੀ ਟੂ ਸਕਸੈਸਿਵ ਕੋਲਿਜ਼ਨ distance traveled between any two successive collision is called as the कहता जी free path यानी ਆਪਾਂ ਇਹ ਕਿਹਾ ਸੀਗਾ ਕਿ ਵੀ ਮੋਲੀਕਿਊਲ ਜਦੋਂ ਮੂਵ ਕਰਦੇ ਇਹਨੂੰ ਆਪਾਂ ਫਿਗਰ ਵਾਈਜ਼ ਇਦਾਂ ਕੁਝ ਦਿਖਾਇਆ ਸੀ ਮੋਲੀਕਿਊਲ ਇਧਰ ਚੱਲ ਜੇ ਕਿਸੇ ਡਾਇਰੈਕਸ਼ਨ 'ਚ ਮੂਵ ਕਰ ਜੇ ਹਨਾ ਤੇ ਜਿਹੜੀਆਂ ਦੋ ਕੋਲਿਜ਼ਨ ਨਾਲੋਂ ਨਾਲ ਹੋਈਆਂ ਪਹਿਲੀ ਤੋਂ ਬਾਅਦ ਦੂਸਰੇ ਨਾਲ ਕੋਲਾਈਡ ਕੀਤਾ ਦੂਜੇ ਤੋਂ ਬਾਅਦ ਤੀਜੇ ਨਾਲ ਤੇ ਜਿਹੜੀਆਂ ਸਕਸੈਸਿਵ ਕੋਲਿਜ਼ਨ ਹੁੰਦੀਆਂ ਪਈਆਂ ਇਹਨਾਂ ਸਕਸੈਸਿਵ ਕੋਲਿਜ਼ਨ ਦੇ ਵਿੱਚ ਜਿਹੜਾ ਉਹਨੇ ਫ੍ਰੀ ਪਾਥ ਕਵਰ ਕੀਤਾ ਹਨਾ ਜਿਹੜਾ ਆ ਉਹਨੇ ਕਹਿੰਦਾ ਜੀ ਖਾਲੀ ਰਸਤਾ ਕਵਰ ਕੀਤਾ ਇਸ ਸਾਰੇ ਪਾਥ ਦੀ ਅਸੀਂ ਐਵਰੇਜ ਕੱਢ ਲੈਂਦੇ ਕਿ ਗੈਸ ਮੋਲੀਕਿਊਲ ਦਾ ਮੀਨ ਫ੍ਰੀ ਪਾਥ ਕਿੰਨਾ ਬਣਿਆ so distance between any two successive collision is called as the mean free path क्या आ सारियां assumptions clear ने जिन्नी ਆਪਾਂ ਕਰਦੇ ਪਏ yes sir ਇਹਨੂੰ ਕੋਈ ਡਾਊਟ ਹੈਗਾ ਕੋਈ ਟਰਮ ਨਹੀਂ ਕਲੀਅਰ ਕੋਈ assumption ਨਹੀਂ ਕਲੀਅਰ ਤੇ ਇੱਕ ਵਾਰੀ ਜ਼ਰੂਰ ਦੱਸ ਦਿਓ ਬੇਟਾ ਜਲਦੀ ਜਲਦੀ क्या कोई assumption है ਜਿਹੜੀ नहीं clear ओ बच्चे नो सर क्लियर है सर clear है sir नेक्स्ट ने ਇਹਦੇ ਨਾਲ ਜਿਹੜਾ ਟੌਪਿਕ ਲਿੰਕ ਕਰਨ ਲੱਗੇ ਆਪਾਂ ठीक है टॉपिक अपना बन जाना प्रेशर एक्सर्टेड बाय एन आइडियल गैस वो जो फिगर चाहिए है मैं इसलिए पहले बना लिया टॉपिक वो तो मेन डेरिवेशन आ इस चैप्टर ਦੇ ਵਿੱਚੋਂ ਸਭ ਤੋਂ ਐਸ ਸੱਚ ਇੰਪੋਰਟੈਂਟ ਡੈਰੀਵੇਸ਼ਨ ਆਵਲੀ ਹੋਏਗੀ ठीक है और ਇਹਨੂੰ ਲਿਖ ਜ਼ਰੂਰ ਲਈਓ ठीक है जी बाद ਦੇ ਵਿੱਚੋਂ ਆਪਣੇ ਨੋਟਸ ਜ਼ਰੂਰ ਕੰਪਲੀਟ ਕਰ ਲਿਓ ਮੈਂ ਨੋਟਸ ਪਾਏ ਹੋਏ ਆ ਉਹਦੇ ਤੋਂ ਆਪਣੇ ਆਪ ਚ ਟੌਪਿਕ ਆਪਣੇ ਕੰਪਲੀਟ ਜ਼ਰੂਰ ਕਰ ਲਿਓ pressure exerted by an ideal gas ठीक है पेपर का क्वेश्चन है कि derive an expression for pressure exerted by an ideal gas when it is filled in a container मतलब किसी कंटेनर ਦੇ ਅੰਦਰ ਆਪਾਂ ਕਹਿੰਦੇ ਜੀ ਮੰਨ ਲਓ ਆਪਣੇ ਕੋਲ ਇੱਕ ਕੋਈ ਕਿਊਬਿਕਲ ਕੰਟੇਨਰ ਲੈ ਲੈਣੇ ਆ ਇਸ ਕਿਊਬਿਕਲ ਕੰਟੇਨਰ ਦੀ ਸਾਈਡ ਮੇਰੇ ਕੋਲ L ਗਿਵਨ ਆ ਔਰ ਇਹਦੇ ਅੰਦਰ ਅਸੀਂ ਇਹ ਅਸਿਊਮ ਕਰਕੇ ਚੱਲਦੇ ਪਏ ਕਿ ਵੀ ਕੁਝ ਗੈਸ ਮੋਲੀਕਿਊਲ ਪ੍ਰੈਜ਼ੈਂਟ ਆ ਤੇ ਜੇ ਬੇਟਾ ਇਹਦੇ ਅੰਦਰ ਕੁਝ ਗੈਸ ਮੋਲੀਕਿਊਲ ਪ੍ਰੈਜ਼ੈਂਟ ਹੈ ਤਾਂ ਵੀ ਆਰ ਕੰਸੀਡਰਿੰਗ ਕਿ when those gas molecule are moving inside the container they are continuously hitting on the wall of container and whenever they are hitting on the wall of container then collision between gas molecule and container molecule is always taken to be an elastic in nature बच्चे थोड़ा जिहा ध्यान नाल समझियो ये चीज़ां तुहाडे समझण वालियां ने ठीक है ਅਸੀਂ ਇਹ ਲੈ ਕੇ ਚੱਲਦੇ ਪਏ ਕਿ ਕੋਈ ਆ ਕੰਟੇਨਰ ਦੀ ਵਾਲ ਤੇ ਆ ਮੰਨ ਲਓ ਕਿ ਇੱਕ ਕੰਟੇਨਰ ਚ ਮੋਲੀਕਿਊਲ ਹੈਗਾ ਠੀਕ ਹੈ ਇਸ ਮੋਲੀਕਿਊਲ ਦੀ ਜਿਹੜੀ ਆਪਣੇ ਕੋਲ ਸਪੀਡ ਹੈਗੀ ਆ ਠੀਕ ਹੈ ਜੀ ਇਹ ਪੁਆਇੰਟ ਤੇ ਮੋਲੀਕਿਊਲ ਪ੍ਰੈਜ਼ੈਂਟ ਆ ਠੀਕ ਹੈ ਤੇ ਲੈਟ ਮੀ ਸੇ ਕਿ ਇਸ ਮੋਲੀਕਿਊਲ ਦੀ ਜਿਹੜੀ ਸਪੀਡ ਆ ਇਹਦੇ ਕੰਪੋਨੈਂਟ vx vy ਤੇ vz ਆ ਇਹਦਾ ਮਤਲਬ ਇਹ ਹੋਏਗਾ ਕਿ ਗੈਸ ਮੋਲੀਕਿਊਲ ਮੇਰਾ ਜਿਹੜਾ ਵਾ है ना जे आ कमरा जिथे मैं बैठा वा जे मैं इनू अज्यूम कर लवां कि भी एक क्यूबिकल कंटेनर आ ते इस रूम दे अंदर कोई एक गैस मॉलिक्यूल लेता जिहड़ा जाके वॉल ते हिट करदा पे
और ਅਸੀਂ ਅਸਿਊਮ ਕਰਦੇ ਪਏ ਕਿ ਗੈਸ ਮੋਲੀਕੂਲ ਮੇਰੇ ਕੋ ਸਪੇਸ 'ਚ ਮੂਵ ਕਰਦਾ ਪਿਆ। ਜਦੋਂ ਸਪੇਸ 'ਚ ਮੂਵ ਕਰੇਗਾ ਤੇ ਉਹਦੀ ਵੈਲੋਸਿਟੀ ਦੇ 3 ਕੋਆਰਡੀਨੇਟਸ ਆ ਗਏ, ਇੱਕ ਅਲੋਂਗ x ਐਕਸਿਸ, ਇੱਕ ਅਲੋਂਗ y ਐਕਸਿਸ ਔਰ ਇੱਕ ਅਲੋਂਗ z ਐਕਸਿਸ। ਔਰ ਅਸੀਂ ਮੰਨਿਆ ਕਿ ਵੀ ਇਸ ਵੈਲੋਸਿਟੀ ਦੇ ਨਾਲ ਜਦੋਂ ਇਹਨੇ ਐਸ ਚ ਵਾਲ ਤੇ ਹਿੱਟ ਕਰਨਾ, ਠੀਕ ਹੈ, ਤੇ ਦੈਨ ਕੋਲੀਜ਼ਨ ਬਿਟਵੀਨ ਵਾਲ ਮੋਲੀਕਿਊਲ ਐਂਡ ਗੈਸ ਮੋਲੀਕਿਊਲ is taken to be perfect elastic in nature। और उस इलास्टिक कोलिजन दे अंदर आप एक प्रॉपर्टी लगावांगे कि इलास्टिक कोलिजन दे अंदर मोमेंटम कंजर्व हुंदा। ठीक है, एक बारी ओदे बेसिक स्टेप किहड़े बनने पूरे टॉपिक च वो दसन लगिया, पहले ओनू समझियो फिर डेरिवेशन शुरू करांगे। आप डिफाइन करें कि जे आ मेरे को कोई बॉल होए, इस बॉल ते आ कोई गैस मॉलिक्यूल जाके हिट करे विद वेलोसिटी vx, मास ਉਹਦਾ m ਹੋਵੇ ਤੇ ਇਹਦਾ ਮਤਲਬ ਗੈਸ ਮੋਲੀਕਿਊਲ ਦਾ ਮੋਮੈਂਟਮ ਜਿਹੜਾ ਵਾ ਉਹ ਮੇਰੇ ਕੋਲ mvx ਬਣ ਗਿਆ। ਤੇ ਜਦੋਂ ਇਹਨੇ ਵਾਲ ਦੇ ਨਾਲ ਕੋਲਾਈਡ ਕੀਤਾ ਤੇ ਵਾਲ ਦੇ ਨਾਲ ਇਹਦੀ ਕੋਲੀਜ਼ਨ ਇਲਾਸਟਿਕ ਆ, ਤੇ ਬੇਟੇ ਇਲਾਸਟਿਕ ਕੋਲੀਜ਼ਨ ਚ ਅਸੀਂ ਕਹਿੰਦੇ ਜੀ ਮੋਮੈਂਟਮ ਕੰਜ਼ਰਵ ਹੁੰਦਾ। ਇਹਦਾ ਮਤਲਬ ਗੈਸ ਮੋਲੀਕਿਊਲ ਵਾਲ ਨਾਲ ਜਦੋਂ ਹਿੱਟ ਕਰੇਗਾ, ਅਸੀਂ ਕਹਿੰਦੇ ਜੀ ਕੋਲੀਜ਼ਨ ਇਲਾਸਟਿਕ ਨੇਚਰ ਦੀ ਹੋਣ ਕਰਕੇ ਇਹ ਸੇਮ ਮੋਮੈਂਟਮ ਦੇ ਨਾਲ ਮੋਲੀਕਿਊਲ ਜਿਹੜਾ ਵਾ ਉਹ ਰਿਬਾਉਂਡ ਕਰੇਗਾ। ठीक है, सेम मोमेंटम ना सेम वेलोसिटी ना मॉलिक्यूल रिबाउंड करेगा। ते जदों रिबाउंड करेगा ते as the molecule get rebounded, but it means its direction should change। ਉਹਦੀ डायरेक्शन चेंज होएगी बच्चे? Yes, sir. डायरेक्शन चेंज का मतलब हो गया जी आ इंसिडेंट मोमेंटम ਉਹਦਾ ਪੋਜ਼ਿਟਿਵ डायरेक्शन ਚ ਸੀਗਾ ਤੇ ਉਹਦਾ ਰਿਫਲੈਕਟਡ मोमेंटम ਗੈਸ ਮੋਲੀਕਿਊਲ ਦਾ ਉਹ 네ਗੇਟਿਵ डायरेक्शन ਚ ਆਜੂ। Yes, sir. Yes, sir. ਪੁੱਤ Yes, ਚੰਗੀ ਤਰ੍ਹਾਂ sir. ਸਮਝਿਓ, ਜੇ ਡਾਊਟ ਹੋਇਆ ਤਾਂ ਜ਼ਰੂਰ ਪੁੱਛਿਓ ਬੇਟਾ। ਠੀਕ ਹੈ, ਸੋ ਮੋਲੀਕਿਊਲ ਦਾ ਅਸੀਂ ਚੇਂਜ ਇਨ ਮੋਮੈਂਟਮ ਕੱਢ ਲਾਂਗੇ। ਠੀਕ ਹੈ ਜੀ, ਚੇਂਜ ਇਨ ਮੋਮੈਂਟਮ ਹੁੰਦਾ ਫਾਈਨਲ ਮੋਮੈਂਟਮ ਮਾਈਨਸ ਇਨੀਸ਼ੀਅਲ। ਫਾਈਨਲ ਆ ਗਿਆ ਮਾਈਨਸ mvx, ਇਨੀਸ਼ੀਅਲ ਆ ਗਿਆ ਮੇਰੇ ਕੋਲ ਜਿਹੜਾ ਪਲੱਸ mvx। ਠੀਕ ਹੈ, ਵਿੱਚ ਮਾਈਨਸ ਚੇਂਜ ਤੋਂ ਆ ਗਈ, ਅਸੀਂ ਉਹਦੇ ਨਾਲ ਮੋਲੀਕਿਊਲ ਦਾ ਚੇਂਜ ਇਨ ਮੋਮੈਂਟਮ ਕੱਢ ਲਾਂਗੇ। ਤੇ ਜਿੰਨਾ ਮੋਮੈਂਟਮ ਮੋਲੀਕਿਊਲ ਦਾ ਚੇਂਜ ਹੋਇਆ उन्ना ही मोमेंटम ਅਸੀਂ ਇਹ ਲੈ ਕੇ ਚੱਲਾਂਗੇ ਵਾਲ ਦੇ ਮੋਲੀਕਿਊਲ ਦਾ ਵੀ ਚੇਂਜ ਹੋਏਗਾ, ਕਿਉਂਕਿ ਟੋਟਲ ਚੇਂਜ ਜ਼ੀਰੋ ਆਣੀ ਆ। ਕੀ ਆ ਲਾਈਨ ਸਮਝ ਆਈ? Yes. Yes, sir. ਉਹ ਬੇਟੇ ਮੈਨੂੰ ਨਾ ਰਿਸਪੌਂਸ ਚਾਹੀਦਾ। ਠੀਕ ਹੈ ਜੀ, ਤੇ ਮਾਈਕ ਆਪਣੇ ਜਿਹੜੇ ਨਾ ਉਸ ਹਿਸਾਬ ਨਾਲ ਰੱਖਿਆ ਕਰੋ ਕਿ ਇਮੀਡੀਏਟ ਰਿਸਪੌਂਸ ਜ਼ਰੂਰ ਕਰ ਦਿਆ ਕਰੋ। Sir, repeat ਕਰ ਦਿਓ। ਆਪਾਂ ਇਹ ਕਿਹਾ ਕਿ ਜਦੋਂ ਮੋਲੀਕਿਊਲ ਜਿਹੜਾ ਵਾ ਕੁਝ ਮੋਮੈਂਟਮ ਨਾ ਵਾਲ ਤੇ ਹਿੱਟ ਕਰੇਗਾ ਤੇ ਉਹਨੇ ਮੋਮੈਂਟਮ ਨਾਲ ਜਦੋਂ ਰਿਬਾਉਂਡ ਬੈਕ ਕਰੇਗਾ ਤੇ ਅਸੀਂ ਕਹਿੰਨੇ ਮੋਲੀਕਿਊਲ ਦਾ ਚੇਂਜ ਇਨ ਮੋਮੈਂਟਮ ਕੱਢੀਏ ਤੇ ਇਸ ਵੇਲੇ ਇੱਥੇ ਮੋਲੀਕਿਊਲ ਦਾ ਚੇਂਜ ਇਨ ਮੋਮੈਂਟਮ ਇੰਨਾ ਬਣ ਜੂ। Yes, sir. ਕਿਉਂਕਿ ਇੱਕ ਮਾਈਨਸ ਏਰੀਆ ਇੱਕ ਚੇਂਜ ਤੋਂ ਆਈ, ਅਲਟੀਮੇਟ ਦੋਨੋਂ ਟਰਮ ਐਡ ਹੋ ਕੇ -2 mvx ਮੋਮੈਂਟਮ ਮੋਲੀਕਿਊਲ ਦਾ ਚੇਂਜ ਹੋ ਜੂ। ਹੁਣ ਜੇ ਮੋਲੀਕਿਊਲ ਦਾ ਮੋਮੈਂਟਮ ਹੈ ਨਾ ਗੈਸ ਮੋਲੀਕਿਊਲ ਦਾ ਮੋਮੈਂਟਮ ਚੇਂਜ ਹੋਇਆ ਤੇ ਪਰ ਆਪਾਂ ਨੂੰ ਪਤਾ ਪ੍ਰਿੰਸੀਪਲ ਆਫ ਕੰਜ਼ਰਵੇਸ਼ਨ ਆਫ ਮੋਮੈਂਟਮ ਦੇ ਅਕੋਰਡਿੰਗਲੀ ਟੋਟਲ ਚੇਂਜ ਜ਼ੀਰੋ ਆ। ਮੋਲੀਕਿਊਲ ਦਾ ਮੋਮੈਂਟਮ ਹੈਗਾ ਸੀ ਹੈ ਨਾ, ਪਰ ਜਿਹੜੀ ਐਸਐਚ ਕਹਿੰਦਾ ਜੀ ਟੋਟਲ ਚੇਂਜ ਇਨ ਮੋਮੈਂਟਮ ਹੋਏਗਾ। ਠੀਕ ਹੈ, ਮੋਲੀਕਿਊਲ ਦਾ ਤੇ ਗੈਸ ਮੋਲੀਕਿਊਲ ਦਾ ਤੇ ਵਾਲ ਮੋਲੀਕਿਊਲ ਦਾ ਉਹ ਟੋਟਲ ਚੇਂਜ ਤਾਂ ਜ਼ੀਰੋ ਹੋਏਗੀ। Sir. ਤੇ ਟੋਟਲ ਚੇਂਜ ਜ਼ੀਰੋ ਕਰਨ ਵਾਸਤੇ ਜਿੰਨਾ ਮੋਲੀਕਿਊਲ ਮੋਮੈਂਟਮ ਦਾ ਚੇਂਜ ਹੋਏਗਾ ਓਨਾ ਹੀ ਚੇਂਜ ਇਨ ਮੋਮੈਂਟਮ ਵਾਲ ਦੇ ਮੋਲੀਕਿਊਲ ਦਾ ਵੀ ਹੋਏਗਾ। Yes, sir. ਬੇਟੇ ਸਾਰੇ ਜਾਣੇ ਇਸ ਚੀਜ਼ ਨੂੰ ਧਿਆਨ ਨਾਲ ਸਮਝ ਲਿਓ। Yes, ਇਹਨਾਂ sir. ਨੂੰ ਜੇ ਆ ਚੇਂਜ ਇਨ ਮੋਮੈਂਟਮ ਗੈਸ ਮੋਲੀਕਿਊਲ ਦਾ ਵਾ ਤੇ ਅਸੀਂ ਕਹਿੰਦੇ ਜੀ ਇਹ ਚ ਕਿੰਨਾ ਪਲੱਸ ਕਰਾਂ ਕਿ ਵੀ ਮੇਰੇ ਕੋਲ ਮੋਮੈਂਟਮ ਦੀ ਚੇਂਜ ਵਾਲ ਮੋਲੀਕਿਊਲ ਦੀ ਆ ਜਾਏ ਤਾਂ ਕਿ ਟੋਟਲ ਚੇਂਜ ਜ਼ੀਰੋ ਬਣੇ। +2 mvx. +2 mvx ਇਹਦਾ ਮਤਲਬ ਜੇ ਇੰਨਾ ਮਾਈਨਸ ਦੇ ਵਿੱਚ ਚੇਂਜ ਇਨ ਮੋਮੈਂਟਮ ਗੈਸ ਮੋਲੀਕਿਊਲ ਦਾ ਤਾਂ ਅਸੀਂ ਕਹਿੰਦੇ ਜੀ ਪਲੱਸ ਦੇ ਵਿੱਚ ਇੰਨਾ ਹੀ ਚੇਂਜ ਇਨ ਮੋਮੈਂਟਮ ਵਾਲ ਦੇ ਮੋਲੀਕਿਊਲ ਦਾ ਆਜੂ। ਆ ਗੱਲ ਸਮਝ ਲੱਗੀ? Yes, sir. Yes, sir. Yes, sir. तो ਇਹਦੀ ਹੈਲਪ ਨਾਲ ਜਦੋਂ ਮੇਰਾ ਚੇਂਜ ਇਨ ਮੋਮੈਂਟਮ ਆ ਜਾਏਗਾ, ਜੇ ਮੈਂ ਚੇਂਜ ਇਨ ਮੋਮੈਂਟਮ ਨੂੰ ਟਾਈਮ ਨਾਲ ਡਿਵਾਈਡ ਕਰ ਲਵਾਂ ਮੇਰੇ ਕੋਲ ਕਿਹੜੀ ਟਰਮ ਬਣ ਗਈ? ਚੇਂਜ ਇਨ ਮੋਮੈਂਟਮ ਬਾਈ ਟਾਈਮ ਕਿਹੜੀ ਟਰਮ ਹੁੰਦੀ ਹੈ ਜੀ? The force. ਫੋਰਸ ਆ ਗਈ। ਤੇ ਜੇ ਮੇਰੇ ਕੋਲ ਇੱਥੋਂ ਫੋਰਸ ਆ ਗਈ
ਮੁੜ ਕੇ ਮੈਂ ਫੋਰਸ ਨੂੰ ਏਰੀਆ ਦੇ ਨਾਲ ਡਿਵਾਈਡ ਕਰਾਂ, ਜਿਹੜੀ ਦੀਵਾਰ ਦੇ ਉੱਤੇ ਮੋਲੀਕੂਲ ਵੱਜਦੇ ਪਏ ਆ, ਜੇ ਮੈਂ ਉਸ ਵਾਲ ਦੇ ਏਰੀਆ ਨਾਲ ਡਿਵਾਈਡ ਕਰਾਂ, ਮੇਰੇ ਕੋਲ ਕੀ ਨਿਕਲ ਆਊ? pressure, ਪ੍ਰੈਸ਼ਰ ਆ ਜਾਏਗਾ। ਇਹਦਾ ਮਤਲਬ ਜੇ ਮੈਂ ਪ੍ਰੈਸ਼ਰ ਐਗਜ਼ਰਟਡ ਬਾਈ ਐਨ ਆਈਡੀਅਲ ਗੈਸ ਕੱਢਣਾ, ਆਪਾਂ ਕਿੱਥੋਂ ਸ਼ੁਰੂ ਕਰੀਏ? ਪਹਿਲਾਂ ਮੋਲੀਕੂਲ ਦਾ ਮੋਮੈਂਟਮ ਡਿਫਾਈਨ ਕਰਾਂਗੇ, ਫਿਰ ਮੋਲੀਕੂਲ ਦਾ ਚੇਂਜ ਇਨ ਮੋਮੈਂਟਮ ਦੱਸਾਂਗੇ। ਮੋਲੀਕੂਲ ਗੈਸ ਮੋਲੀਕੂਲ ਦੇ ਚੇਂਜ ਇਨ ਮੋਮੈਂਟਮ ਨਾਲ ਅਸੀਂ ਵਾਲ ਮੋਲੀਕੂਲ ਦਾ ਚੇਂਜ ਇਨ ਮੋਮੈਂਟਮ ਕੱਢਾਂਗੇ। ਚੇਂਜ ਇਨ ਮੋਮੈਂਟਮ ਨੂੰ ਟਾਈਮ ਨਾਲ ਡਿਵਾਈਡ ਕਰਾਂਗਾ ਤੇ ਮੇਰੇ ਕੋਲ ਫੋਰਸ ਬਣ ਜੂ। ਬਟ ਇਹ ਫੋਰਸ ਆਏਗੀ ਜਾਂ ਚੇਂਜ ਇਨ ਮੋਮੈਂਟਮ ਆਏਗਾ ਇੱਕ ਗੈਸ ਮੋਲੀਕੂਲ ਦਾ, ਪਰ ਆਪਣੇ ਕੰਟੇਨਰ ਦੇ ਅੰਦਰ ਕਹਿੰਦਾ ਜੀ ਐਸ ਸੱਚ ਮਿਲੀਅਨ ਆਫ ਮੋਲੀਕੂਲਸ ਆਰ ਟੂ ਬੀ देयर। ਤੇ ਫਿਰ ਜੇ ਮੈਂ ਸਾਰਿਆਂ ਦੇ ਐਸ ਸੱਚ ਚੇਂਜ ਇਨ ਮੋਮੈਂਟਮ ਕੱਢਣੀ ਆ ਤੇ ਮੈਨੂੰ ਕੰਸੀਡਰ ਕਰਨਾ ਪਏਗਾ ਮੇਰੇ ਕੰਟੇਨਰ ਦੇ ਗਿਵਨ ਵੋਲੀਅਮ ਦੇ ਵਿੱਚ ਮੋਲੀਕੂਲ ਕਿੰਨੇ ਆ। ਕਿ ਆ ਗੱਲ ਸਮਝ ਲੱਗੀ? yes sir, Yes, sir. ਆ ਇੰਨਾ ਜੋ Yes, ਕਰਾਂਗਾ ਨਾ, sir. ਆ ਜੋ ਕਰਦਾ ਪਿਆ ਇਹ ਆਪਾਂ ਇੱਕ ਮੋਲੀਕੂਲ ਹੀ ਲਿਖਿਆ। ਇੱਕ ਮੋਲੀਕੂਲ ਦਾ ਕਨਸੈਪਟ ਬਣਾ ਕੇ ਆਪਾਂ ਇਹਨੂੰ n ਨੰਬਰ ਆਫ ਮੋਲੀਕੂਲਸ ਵਾਸਤੇ ਫਿਰ ਲੈ ਕੇ ਜਾਣਾ, ਤੇ ਉਹ ਆਪਣੇ ਕੋਲ ਆਪਣਾ ਪੂਰੇ ਦਾ ਪੂਰਾ ਟੌਪਿਕ ਬਣਨਾ। ਇਹ ਚ ਸਪੋਰਟਿੰਗ ਥਿਊਰੀ ਨਾਲੋਂ ਨਾਲ ਲਿਖੀ ਜਾਣੀ ਆ, ਨੋਟਸ ਜਿਹੜੇ ਭੇਜੋ ਚ ਲਿਖੀ ਹੋਈ ਆ, ਧਿਆਨ ਇਹਨੂੰ ਕਰਿਓ ਤੇ ਧਿਆਨ ਇਹਨੂੰ ਪੜ੍ਹਿਓ। ਹੁਣ ਇਹ ਤੋਂ ਸ਼ੁਰੂ ਕਰਿਆ। ਸੋ ਜਦੋਂ ਗੈਸ ਮੋਲੀਕੂਲ ਇਸ ਪੁਆਇੰਟ ਤੋਂ ਮੇਰੇ ਕੋਲ ਐਸਾ ਅਸੀਂ ਮੰਨਦੇ ਵਾਲ ਤੇ ਜਾ ਕੇ ਹਿੱਟ ਕਰਦਾ, ਠੀਕ ਹੈ, that will colliding with the wall ਤੇ it get rebounding, ਅਸੀਂ ਕਹਿੰਦੇ ਜੀ ਮੋਲੀਕੂਲ ਸੇਮ ਵੈਲੋਸਿਟੀ ਨਾਲ ਰਿਬਾਉਂਡ ਕੀਤਾ। ਕਿਤੇ ਕਿਤੇ ਲਿਖ ਦਿਓ ਮੋਲੀਕੂਲ ਸੇਮ ਵੈਲੋਸਿਟੀ ਨਾਲ ਰਿਬਾਉਂਡ ਕੀਤਾ, but we are considering molecular motion at a time only in one direction। ਅਸੀਂ ਮੰਨਦੇ ਪਏ ਮੋਲੀਕੂਲ ਸਪੇਸ 'ਚ ਤਾਂ ਮੂਵ ਕਰਦਾ ਪਿਆ, ਪਰ ਉਹਦੀ ਵੈਲੋਸਿਟੀ ਦੀ ਚੇਂਜ ਸਿਰਫ ਇੱਕ ਐਕਸਿਸ ਤੇ ਆਈ ਆ। ਪਹਿਲਾਂ ਇੱਕ ਐਕਸਿਸ ਦੇ ਉੱਤੇ ਅਸੀਂ ਉਹਦਾ ਪ੍ਰੈਸ਼ਰ ਕੱਢ ਦਾਂਗੇ, ਕਿਉਂਕਿ ਗੈਸ ਡੈਂਸਿਟੀ ਯੂਨੀਫਾਰਮ ਆ। ਜਿੰਨਾ ਪ੍ਰੈਸ਼ਰ ਉਹਨੇ ਇੱਕ ਐਕਸਿਸ ਤੇ ਐਗਜ਼ਰਟ ਕੀਤਾ, ਉਨਾ ਹੀ ਦੂਜੇ ਤੇ ਉਨਾ ਹੀ ਤੀਜੇ ਐਕਸਿਸ ਤੇ ਵੀ ਹੋਏਗਾ। ਗੈਸ ਡੈਂਸਿਟੀ ਯੂਨੀਫਾਰਮ ਕਰਕੇ ਸਾਰੇ ਪਾਸੇ ਪ੍ਰੈਸ਼ਰ ਐਗਜ਼ਰਟਡ ਜਿਹੜਾ ਉਹ ਇਕੁਅਲ ਆ। ਉਹ ਚੀਜ਼ਾਂ ਲਾਸਟ ਆ ਕੇ ਨਾਲ ਜੋੜ ਦਾਂਗੇ। ਇਸ ਵੇਲੇ ਇਹ ਤੋਂ ਇਹ ਦਿਖਾ ਲੈ ਮੈਂ ਕਿ vx ਵੈਲੋਸਿਟੀ ਉਹਦੀ ਸੀਗੀ ਜਿੰਨੇ ਨਾਲ ਮੋਲੀਕੂਲ ਮੇਰੇ ਕੋਲ ਜਿਹੜਾ ਵਾਲ ਤੇ ਹਿੱਟ ਕਰਦਾ ਪਿਆ, ਤੇ ਮਾਈਨਸ vx ਉਹਦੀ ਵੈਲੋਸਿਟੀ ਆ, ਠੀਕ ਹੈ ਜੀ, ਜਿੰਨੇ ਨਾਲ ਮੋਲੀਕੂਲ ਰਿਬਾਉਂਡ ਕੀਤਾ। other component of velocity remain to be same। ਇਨੀ ਗੱਲ ਕਲੀਅਰ ਆ? yes sir, Yes, sir. yes sir, ਹੁਣ ਇਸ ਤੋਂ ਬਾਅਦ ਇਹਦੀ ਡੈਰੀਵੇਸ਼ਨ ਬਣਾਉਣੀ ਸ਼ੁਰੂ ਕਰਿਆ। ਮੈਥਮੈਟੀਕਲ ਪੋਰਸ਼ਨ ਲਿਖਦਾ ਜਾਵਾਂਗਾ, ਥਿਓਰੈਟੀਕਲ ਤੁਹਾਨੂੰ ਐਕਸਪਲੇਨ ਕਰਦਾ ਜਾਵਾਂਗਾ, ਉਹਨੂੰ ਸਮਝੀ ਚੱਲਿਓ। ਆਪਾਂ ਇਹ ਤੋਂ ਸ਼ੁਰੂ ਕਰਿਆ। ਕਹਿੰਦਾ ਜੀ we know that speed of gas molecule, speed of gas molecule is c। c ਵੈਕਟਰ ਆਪਾਂ ਉਹਦੀ ਗੈਸ ਮੋਲੀਕੂਲ ਦੀ ਸਪੀਡ ਨੂੰ ਡਿਫਾਈਨ ਕਰਦੇ, ਇਹਨੂੰ ਅਸੀਂ ਰੂਟ ਮੀਨ ਸਕੁਅਰ ਵੈਲੋਸਿਟੀ ਕਹਿੰਦੇ ਨੇ ਗੈਸ ਮੋਲੀਕੂਲ ਦੀ, ਆਰਐਮਐਸ ਸਪੀਡ ਗੈਸ ਮੋਲੀਕੂਲ ਦੀ। ਕੈਮਿਸਟਰੀ ਦੇ ਵਿੱਚ ਤਿੰਨ ਚੀਜ਼ਾਂ ਪੜੀਆਂ, ਠੀਕ ਹੈ, ਮੇਬੀ ਜਾਂ ਪੜ ਲੀਆਂ ਜਾਂ ਪੜੋਗੇ। ਇੱਕ ਆਰਐਮਐਸ ਵੈਲੋਸਿਟੀ, ਠੀਕ ਹੈ ਜੀ, ਇੱਕ ਮੇਰੇ ਕੋਲ ਐਸਐਚ ਮੀਨ ਵੈਲੋਸਿਟੀ ਜਾਂ ਐਵਰੇਜ ਵੈਲੋਸਿਟੀ, ਔਰ ਇੱਕ ਮੋਸਟ ਪ੍ਰੋਬੇਬਲ ਸਪੀਡ ਆਫ ਦਾ ਗੈਸ ਮੋਲੀਕੂਲ। ਕਿ ਜਿਹੜੇ ਮੈਂ ਤਿੰਨ ਵਰਡ ਬੋਲ ਰਿਹਾ ਕਿਆ ਪੜ ਲਏ ਕਿ ਨਹੀਂ? yes sir, pardon Yes, sir, sir. ਗੈਸ Yes, ਮੋਲੀਕੂਲ ਦੀਆਂ sir. ਤਿੰਨ ਵੈਲੋਸਿਟੀਜ਼ ਲੈ ਕੇ ਚੱਲਦੇ, ਇੱਕ ਆਰਐਮਐਸ, ਇੱਕ ਐਵਰੇਜ, ਔਰ ਇੱਕ ਕਹਿੰਦਾ ਜੀ ਉਹਦੀ ਜਿਹੜੀ ਮੋਸਟ ਪ੍ਰੋਬੇਬਲ। ਉਹਦੇ ਵਿੱਚ ਅਸੀਂ ਰੂਟ ਮੀਨ ਸਕੁਅਰ ਵੈਲੋਸਿਟੀ ਐਸਐਚ ਸੀ ਨਾਲ ਡਿਫਾਈਨ ਕਰਦੇ ਪਏ, ਔਰ ਇਹਦੀ ਵੈਲੋਸਿਟੀ ਦੇ ਤਿੰਨ ਕੰਪੋਨੈਂਟ ਆ, vx ਵੈਕਟਰ, vy ਵੈਕਟਰ ਐਂਡ vz ਵੈਕਟਰ। ਆਲਸੋ ਜੇ ਇਸ ਵੈਲੋਸਿਟੀ ਦਾ ਪਹਿਲਾ ਮੈਗਨੀਟਿਊਡ ਲਿਖਣਾ ਹੋਏ, ਠੀਕ ਹੈ, ਤੇ ਆਪਣਾ ਪਤਾ ਕਿ that can be written equal to vx square plus vy square plus vz square। ਆ ਚੀਜ਼ ਆਪਾਂ ਦੱਸੀ ਹੋਈ ਆ। ਜੇ ਵੈਕਟਰ ਦਾ ਕੱਲਾ ਮੈਗਨੀਟਿਊਡ ਲਿਖਣਾ, ਇੰਡੀਵਿਜੂਅਲ ਟਰਮ ਦੇ ਸਕੁਅਰ ਕਰਕੇ ਉਹਨੂੰ ਐਡ ਕਰਕੇ ਉਹਦਾ ਰੂਟ ਲੈ ਲਓ। ਕੀ ਇਹਨਾਂ ਕਲੀਅਰ ਆ? Yes, sir. yes sir, ਇਹਦੀ ਲੋੜ ਆਪਾਂ ਨੂੰ ਜਾ ਕੇ ਪੈਣੀ ਲਾਸਟ। ਆਪਾਂ ਅੱਗੇ ਗੱਲ ਸ਼ੁਰੂ ਕਰਦੇ ਪਏ। ਲੈਟ a gas molecule colliding with the wall, ठीक है जी, colliding with the wall। सिर्फ एक दो लाइनें ਜਿਹੜੀ ਥਿਊਰੀ ਦੀਆਂ ਜ਼ਰੂਰੀ ਹੈ ਸਟਾਰਟ ਚ ਲਿਖਣਾਗਾ। with momentum, ठीक है, गैस मॉलिक्यूल m मास ਦਾ ਮੰਨ ਲੈਨੇ ਆਪਾਂ, ठीक है जी, और गैस मॉलिक्यूल ਜਿਹੜਾ ਐਸਐਚ ਵਾਲ ਦੇ ਨਾਲ ਜਦੋਂ ਕੋਲਾਈਡ ਕਰਦਾ ਪਿਆ, ठीक है, vx ਵੈਲੋਸਿਟੀ ਦਾ ਅਸੀਂ ਉਹਦੀ ਲੈ ਲਾਂਗੇ, ਤੇ ਇਸ ਕਰਕੇ ਉਹਦਾ ਮੋਮੈਂਟਮ ਜਿਹੜਾ ਗੈਸ ਮੋਲੀਕੂਲ ਕੋਲਾਈਡਿੰਗ ਵਿਦ ਦਾ ਵਾਲ
with momentum px equal to mbx, ठीक है, mbx ਨਾਲ कोलाइड कीता ਤੇ therefore mbx ਨਾਲ ਹੀ rebound back कीता and rebounding with same momentum और same momentum ਦੇ ਨਾਲ rebound ਕੀਤਾ, ठीक है जी। therefore change in momentum कर दियो, therefore change in momentum of a gas molecule, change in momentum of gas molecule ਉਹਨੂੰ ਸਿੰਬਲ ਆਪਾਂ ਡੈਲਟਾ px ਦੇ ਦਿੰਦੇ ਆ, ਠੀਕ ਆ। mbx ਪਲੱਸ ਦੇ ਨਾਲ ਹਿੱਟ ਕੀਤਾ ਮਾਈਨਸ mbx ਦੇ ਨਾਲ ਰਿਬਾਊਂਡ ਬੈਕ ਕੀਤਾ, ਇਸ ਲਈ ਗੈਸ ਮੋਲੀਕਿਊਲ ਦਾ ਚੇਂਜ ਇਨ ਮੋਮੈਂਟਮ -2 mbx ਆਜੂ, ਕਲੀਅਰ ਆ। Yes, Yes, sir. sir. ਪਰ Yes, sir. ਇਹੀ ਸੇਮ ਚੇਂਜ ਇਨ ਮੋਮੈਂਟਮ ਜਿਹੜਾ ਮੇਰਾ ਵੋਲ ਮੋਲੀਕਿਊਲ ਦਾ ਵੀ ਬਣੇਗਾ, ਬਟ ਉਹਦਾ ਸਾਈਨ ਪੋਜ਼ਿਟਿਵ ਆਜੂ। therefore change in momentum of wall molecule, ठीक है जी। ਉਹਦੀ ਵੈਲਿਊ ਇਹਨੂੰ ਡੈਲਟਾ px ਡੈਸ਼ ਕਹਿ ਦਿੰਦੇ, ਉਹਨੂੰ ਡੈਲਟਾ px ਲਿਖ ਦੋ, ਉਹ ਮੇਰੇ ਕੋਲ ਆ ਗਈ +2 mbx। ਇੱਕ ਕੋਲਿਜ਼ਨ ਦੇ ਅੰਦਰ ਇੱਕ ਵਾਰੀ ਗੈਸ ਮੋਲੀਕਿਊਲ ਦੇ ਵਾਲ ਦੇ ਨਾਲ ਕੋਲਾਈਡ ਕਰਨ ਤੇ ਜਿਹੜਾ ਮੋਮੈਂਟਮ ਵਾਲ ਦੇ ਮੋਲੀਕਿਊਲ ਨੂੰ ਡਿਲੀਵਰ ਹੋਇਆ ਹੈ ਨਾ, ਯਾਨੀ ਕੋਲਾਈਡ ਕੀਤੀ ਤੇ ਇਹ ਵਾਲ ਦੇ ਉੱਤੇ ਜਾ ਕੇ ਮੋਮੈਂਟਮ ਡਿਲੀਵਰ ਕਰਕੇ ਆਇਆ। ਵਾਲ ਦਾ ਮੋਲੀਕਿਊਲ ਪਹਿਲਾਂ ਰੈਸਟ ਦੇ ਉੱਤੇ ਸੀਗਾ, ਠੀਕ ਹੈ, ਜਦੋਂ ਉਹਦੇ ਨਾਲ ਜਾ ਕੇ ਗੈਸ ਦਾ ਮੋਲੀਕਿਊਲ ਹਿੱਟ ਕੀਤਾ, ਇਹਨੇ ਵਾਲ ਦੇ ਮੋਲੀਕਿਊਲ ਨੂੰ ਇੰਨਾ ਮੋਮੈਂਟਮ ਡਿਲੀਵਰ ਕਰਤਾ। Yes, Yes. sir. ठीक है, ਹੁਣ Yes, ਜੇ ਮੈਨੂੰ ਇਹ ਪਤਾ ਲੱਗ ਜਾਏ, ਜੇ ਮੈਨੂੰ ਇਹ ਪਤਾ ਲੱਗ ਜਾਏ ਮੇਰੇ ਕੰਟੇਨਰ ਚ ਮੋਲੀਕਿਊਲਸ ਹੈ ਕਿੰਨੇ ਬੇਟਾ, ਤੇ ਫਿਰ ਅਸੀਂ ਇਹ ਕੱਢ ਸਕਦੇ ਕਿ ਵੀ ਟੋਟਲ ਕਿੰਨਾ ਮੋਮੈਂਟਮ ਡਿਲੀਵਰ ਹੋਏਗਾ। Yes, Yes, sir. sir. ਯਾਨੀ ਜੋ ਪਾਰਟ ਆਪਾਂ ਹੁਣ ਇਸ ਤੋਂ ਅੱਗੇ ਬਣਾਉਣ ਲੱਗੇ ਨਾ, ਉਹਦੇ ਚ ਅਸੀਂ ਟੋਟਲ ਨੰਬਰ ਆਫ ਮੋਲੀਕਿਊਲਸ ਬਣਾਣੇ ਆ ਕਿ ਵੀ ਆਪਣੇ ਕੋਲ ਕੰਟੇਨਰ ਚ ਮੋਲੀਕਿਊਲ ਹੈ ਕਿੰਨੇ। ਉਹਦੇ ਲਈ ਇੱਕ ਵੇਰੀਏਬਲ ਡਿਫਾਈਨ ਕਰ ਦਾਂਗੇ ਜਿਹਨੂੰ ਅਸੀਂ ਨਾਮ ਦਿੰਦੇ ਨੰਬਰ ਡੈਂਸਿਟੀ। ਨੰਬਰ ਡੈਂਸਿਟੀ ਦਾ ਮਤਲਬ ਹੁੰਦਾ ਨੰਬਰ ਆਫ ਮੋਲੀਕਿਊਲਸ ਪਰ ਯੂਨਿਟ ਵੋਲਿਊਮ। ਅਸੀਂ ਕਿਸੇ ਵੀ ਟੈਂਪਰੇਚਰ ਤੇ ਕਿਸੇ ਵੀ ਕਹਿ ਲਓ ਕਿ ਵੀ ਐਸਐਚ ਸਬਸਟੈਂਸ ਦੇ ਅੰਦਰ ਕਿੰਨੇ ਮੋਲੀਕਿਊਲਸ ਨੇ, ਅਸੀਂ ਡਾਇਰੈਕਟ ਟੋਟਲ ਕਾਊਂਟ ਨਹੀਂ ਕਰਦੇ, ਅਸੀਂ ਹਮੇਸ਼ਾ ਉਸ ਕੰਟੇਨਰ ਦੇ ਅੰਦਰ ਗੈਸ ਮੋਲੀਕਿਊਲ ਦੀ ਜਾਂ ਗਿਵਨ ਮੋਲੀਕਿਊਲਸ ਦੀ ਨੰਬਰ ਡੈਂਸਿਟੀ ਡਿਫਾਈਨ ਕਰਦੇ। ਜਿੱਦਾਂ ਮੰਨ ਲਓ ਮੈਂ ਕਹਾਂ ਜੀ ਕਾਪਰ ਆ, ਸਿਲਵਰ ਆ, ਐਲੂਮੀਨੀਅਮ ਆ, ਮੰਨ ਲਓ ਆਪਾਂ ਤਿੰਨ ਐਗਜ਼ਾਮਪਲ ਲੈ ਲੈਣੇ, ਸੋਲਿਡ ਦੀ ਲੈ ਰਹੇ ਆ। ਹੁਣ ਜੇ ਕੰਪੇਅਰ ਕਰਨਾ ਕਿ ਵਿਚ ਵਨ ਇਜ਼ ਬੈਟਰ, ਤੇ ਅਸੀਂ ਕਹਿੰਦੇ ਨੇ ਜੀ ਸਿਲਵਰ ਇਜ਼ ਵਨ ਆਫ ਦਾ ਬੈਸਟ ਕੰਡਕਟਰ ਆਊਟ ਆਫ ਦਾ 3। ਤੇ ਪੁੱਤ ਉਹ ਕਹਿੰਦਾ ਵੀ ਕਿਉਂ, ਅਸੀਂ ਕਹਿੰਦੇ ਕਿਉਂਕਿ ਤਿੰਨਾਂ ਦੇ ਅੰਦਰ ਐਸਐਚ ਗਿਵਨ ਵੋਲੀਅਮ ਦੇ ਵਿੱਚ ਜਿਹੜੀ ਫ੍ਰੀ ਇਲੈਕਟ੍ਰੋਨ ਦੀ ਡੈਂਸਿਟੀ ਹੈ ਨਾ, ਜਿਹੜੇ ਨੰਬਰ ਆਫ ਫ੍ਰੀ ਇਲੈਕਟ੍ਰੋਨ ਅਵੇਲੇਬਲ ਆ, ਉਹ ਸਿਲਵਰ ਚ ਸਭ ਤੋਂ ਜ਼ਿਆਦਾ। ਇਹਦਾ ਮਤਲਬ ਇਹ ਹੋ ਗਿਆ ਨੰਬਰ ਡੈਂਸਿਟੀ ਦਾ ਮਤਲਬ, ਜਿੱਦਾਂ ਕਾਪਰ ਦੀ ਨੰਬਰ ਡੈਂਸਿਟੀ ਬੋਲਾ 10⁻29 ਪਰ ਮੀਟਰ ਕਿਊਬ। ਇਹਦਾ ਮਤਲਬ ਇਹ ਹੋ ਗਿਆ ਕਾਪਰ ਦੇ 1 ਮੀਟਰ ਕਿਊਬ ਵੋਲੀਅਮ ਦੇ ਵਿੱਚ 10⁻29 ਫ੍ਰੀ ਇਲੈਕਟ੍ਰੋਨ। ਇਹ ਨਹੀਂ ਕਹਿ ਰਿਹਾ ਟੋਟਲ ਇਲੈਕਟ੍ਰੋਨ, ਠੀਕ ਹੈ, ਜਿਹੜੇ ਉਹਦੇ ਵੈਲੈਂਸ ਇਲੈਕਟ੍ਰੋਨ ਨੇ ਹਨਾ, ਉਹ 10⁻29। ਇਹਦਾ ਮਤਲਬ ਕਿਸੇ ਵੀ ਕੰਟੇਨਰ ਦੇ ਕਿਸੇ ਵੀ ਕਹਿੰਦਾ ਜੀ ਸਬਸਟੈਂਸ ਦੇ ਅੰਦਰ ਹਨਾ, ਉਹਦੇ ਜਦੋਂ ਵੀ ਮੋਲੀਕਿਊਲ ਕਾਊਂਟ ਕਰਨੇ ਆ, ਜਦੋਂ ਵੀ ਉਹਦੇ ਫ੍ਰੀ ਇਲੈਕਟ੍ਰੋਨ ਕਾਊਂਟ ਕਰਨੇ ਆ, ਤੇ ਦੇ ਆਰ ਆਲਵੇਜ਼ ਟੂ ਬੀ ਟੇਕਨ ਇਨ ਦਾ ਫਾਰਮ ਆਫ ਨੰਬਰ ਡੈਂਸਿਟੀ। ਨੰਬਰ ਡੈਂਸਿਟੀ ਦਾ ਹਮੇਸ਼ਾ ਮਤਲਬ ਹੋਏਗਾ ਨੰਬਰ ਆਫ ਗੈਸ ਮੋਲੀਕਿਊਲ ਪਰ ਯੂਨਿਟ ਵੋਲੀਅਮ। ਕੀ ਗੱਲ ਸਮਝ ਆਈ? Yes, sir. ਸੋ ਕੰਟੇਨਰ ਦੇ 1 ਯੂਨਿਟ ਵੋਲੀਅਮ ਚ ਕਿੰਨੇ ਮੋਲੀਕਿਊਲ ਆ, ਅਸੀਂ ਉਹ ਦੇਖ ਲਈਏ, ਠੀਕ ਹੈ, ਤੇ ਮੁੜ ਕੇ ਕੰਟੇਨਰ ਦਾ ਟੋਟਲ ਵੋਲੀਅਮ ਕਿੰਨਾ, ਉਹਨੇ ਨਾਲ ਮਲਟੀਪਲਾਈ ਕਰਾ ਲਈਏ ਤੇ ਮੇਰੇ ਕੰਟੇਨਰ ਦੇ ਟੋਟਲ ਮੋਲੀਕਿਊਲ ਬਣ ਜੂ। ਉਸ ਚੀਜ਼ ਵਾਸਤੇ ਆਪਾਂ ਐਸਓਜੀ ਤੋਂ ਡਿਫਾਈਨ ਕੀ ਕਰਨ ਲੱਗੇ ਕਿ ਕੰਟੇਨਰ ਦਾ ਵੋਲੀਅਮ ਕੱਢ ਦਈਏ ਇੱਕ, ਤੇ ਦੂਜਾ ਕੰਟੇਨਰ ਦੇ ਅੰਦਰ ਗੈਸ ਮੋਲੀਕਿਊਲ ਆਪਣੇ ਕੋਲ ਜਿਹੜੇ ਨੇ ਯੂਨਿਟ ਵੋਲੀਅਮ ਚ ਕਿੰਨੇ, ਆ ਦੋ ਚੀਜ਼ਾਂ ਕੱਢੀਏ ਪਹਿਲੋਂ, ਫਿਰ ਆਪਾਂ ਟੋਟਲ ਨੰਬਰ ਆਫ ਗੈਸ ਮੋਲੀਕਿਊਲ ਕੱਢਾਂਗੇ। ਇੰਨੀ ਗੱਲ ਸਮਝ ਲੱਗ ਰਹੀ? ਹਾਂਜੀ ਸਰ। ਹੁਣ ਇਸ ਬਿਲਡ ਅਪ ਕਰਨ ਲੱਗਿਆ ਕਿ ਲੈਟ ਮੀ ਸੇ ਕਿ ਗੈਸ ਮੋਲੀਕਿਊਲ ਨੇ ਜਿਹੜਾ ਡਿਸਟੈਂਸ ਟਰੈਵਲ ਕਰਨਾ, ਆਪਾਂ ਵੋਲੀਅਮ ਆਫ ਕੰਟੇਨਰ ਪਹਿਲਾਂ ਬਣਾ ਲਈਏ, ਜਿਹੜਾ ਗੈਸ ਮੋਲੀਕਿਊਲ ਨੇ ਵੋਲੀਅਮ ਕਵਰ ਕਰਨਾ
ਇੱਕ ਦੀਵਾਰ ਤੇ ਵੱਜ ਕੇ ਜੇ ਅਸੀਂ ਮੰਨੀਏ ਸਾਹਮਣੇ ਦੂਜੀ ਦੀਵਾਰ ਤੇ ਮੋਲੀਕੂਲ ਹਿੱਟ ਜਦੋਂ ਕਰੇਗਾ ਤੇ ਆ ਪੂਰੇ ਕਮਰੇ ਦਾ ਉਸ ਵੇਲੇ ਹਨਾ ਵੋਲਿਊਮ ਕਿੰਨਾ ਮੇਰੇ ਕੋਲ ਬਣਦਾ ਪਿਆ। ਉਹਦੇ ਲਈ ਪਹਿਲਾਂ ਗੈਸ ਮੋਲੀਕੂਲ ਦਾ ਇੱਕ ਵਾਲ ਤੋਂ ਦੂਜੀ ਵਾਲ ਤੱਕ ਡਿਸਟੈਂਸ ਟਰੈਵਲ ਕਰੀ ਹਨਾ। ਅਸੀਂ ਕਿਹਾ ਜੀ ਆ ਮੇਰੇ ਸਾਹਮਣੇ ਜਿਹੜੀ ਦੀਵਾਰ ਆ ਇੱਥੇ ਪਹਿਲਾਂ ਗੈਸ ਮੋਲੀਕੂਲ ਹਿੱਟ ਕੀਤਾ, ਇਸ ਤੋਂ ਬਾਅਦ ਡੈਲਟਾ ਟੀ ਸੈਕਿੰਡ ਲੱਗੇ ਉਹਨੂੰ ਸਾਹਮਣੇ ਵਾਲੀ ਵਾਲ ਤੇ ਦੁਬਾਰਾ ਹਿੱਟ ਕਰਨ। ਇਸ ਦੋ ਸਕਸੈਸਿਵ ਕੋਲਿਜਨ ਦੇ ਵਿੱਚ ਇਹ ਦੋ ਸਕਸੈਸਿਵ ਕੋਲਿਜਨ ਦੇ ਅੰਦਰ ਜਿਹੜਾ ਉਹਨੇ ਡਿਸਟੈਂਸ ਟਰੈਵਲ ਕੀਤਾ ਉਹ ਕਿੰਨਾ ਤੇ ਕਿੰਨੇ ਟਾਈਮ ਚ ਕਵਰ ਕੀਤਾ। ਉਹਦੇ ਲਈ ਆਪਾਂ ਡਿਫਾਈਨ ਕਰਦੇ ਹਾਂ let Vx is the speed of gas molecule, Vx gas molecule the speed and delta t be the time, and delta t be the time between two successive collision। ठीक है, दो वेरिएबल डिफाइन कर ले, एक अपर गैस मॉलिक्यूल दी स्पीड और एक टाइम। तो जो स्पीड और टाइम डिफाइन है तो डिस्टेंस मॉलिक्यूल का निकल आऊगा। Yes, sir. Yes. Therefore Yes, sir. therefore Sir. distance traveled by the gas molecule, distance traveled by gas molecule, ठीक है, और किदे विचला डिस्टेंस है between two successive collision, between two successive collision। ਹੁਣ डिस्टेंस ਦਾ ਫਾਰਮੂਲਾ ਲਿਖੀਏ ਤੇ डिस्टेंस ਪੁੱਤ ਮੇਰੇ ਕੋਲ ਜੇ ਆਪਾਂ ਇਹ x ਐਕਸਿਸ ਦੇ ਅਲੋਂਗ ਲੈ ਕੇ ਚੱਲੀਏ ਤੇ डिस्टेंस ਹੋ ਗਿਆ ਸਪੀਡ ਇਨਟੂ ਟਾਈਮ ਹਨਾ। vx ਸਪੀਡ ਆ, ਡੈਲਟਾ t ਸੈਕਿੰਡ ਉਹਨੂੰ ਟਾਈਮ ਲੱਗਿਆ ਤੇ ਇਹਦਾ ਨਾਲ ਜਿਹੜਾ ਉਹਨੇ डिस्टेंस ਟਰੈਵਲ ਕੀਤਾ ਉਹ vx ਇਨਟੂ ਡੈਲਟਾ t ਆ ਜਾਊ। Yes, sir. Yes, sir. जल्दी ठीक है। देयरफॉर ਹੁਣ ਆਪਾਂ ਜੇ ਤੋਂ ਆਪਾਂ ਉਹ ਬਣਾ ਦਈਏ ਵੋਲਿਊਮ ਵਾਲੀ ਕੰਡੀਸ਼ਨ। ਨੈਕਸਟ ਨਾਓ ਆਪਣੇ ਕੋਲ ਜੇ ਵੋਲਿਊਮ ਦੀ ਕੰਡੀਸ਼ਨ ਲਿਖਣੀ ਆ ਉਹਦੇ ਲਈ ਆਪਾਂ ਵੇਰੀਏਬਲ ਆ ਡਿਫਾਈਨ ਕਰ ਦਿੰਨੇ ਇਫ n ਇਜ਼ ਵੇਰੀਏਬਲ ਇੰਪੋਰਟੈਂਟ ਹੋਏਗਾ ਇਫ n ਇਜ਼ ਨੰਬਰ ਆਫ ਗੈਸ ਮੋਲੀਕਿਊਲਸ ਪਰ ਯੂਨਿਟ ਵੋਲਿਊਮ, if n is number of gas molecule per unit volume, मतलब unit volume ਦੇ ਅੰਦਰ molecule ਦੀ ਗਿਣਤੀ n ਆ ਤੇ ਆਪਣੇ total volume ਚ ਆਪਾਂ molecule ਕੱਢ ਦਈਏ then total number of molecules, ठीक है जी, in a container are given by ਤੇ ਜੇ ਯੂਨਿਟ ਵੋਲਿਊਮ ਆ ਤੇ ਮੋਲੀਕਿਊਲ n ਵਾ ਤੇ ਟੋਟਲ ਵੋਲਿਊਮ ਦੇ ਵਿੱਚ ਮੋਲੀਕਿਊਲ ਕਿੰਨੇ ਉਹਨੂੰ ਸਿੰਬਲ ਕੈਪੀਟਲ n ਦੇ ਦਿੰਨੇ, ਠੀਕ ਹੈ। ਐਂਡ ਦੈਟ ਸ਼ੁੱਡ ਬੀ ਇਕੁਅਲ ਟੂ ਮੋਲੀਕਿਊਲ ਇਨ ਯੂਨਿਟ ਵੋਲਿਊਮ ਇਨਟੂ ਕਿੰਨਾ ਜੀ ਟੋਟਲ ਵੋਲਿਊਮ, ਠੀਕ ਹੈ। ਟੋਟਲ ਵੋਲਿਊਮ ਕਿੰਨਾ ਤੇ ਉਹਨੂੰ ਯੂਨਿਟ ਵੋਲਿਊਮ ਦੇ ਮੋਲੀਕਿਊਲ ਨਾਲ ਮਲਟੀਪਲਾਈ ਕਰ ਦੋ ਨਾ। ਹੁਣ ਵੋਲਿਊਮ ਬਣਾ ਲਈ ਆਪਾਂ ਕੀ ਲਈਏ ਬੇਟਾ, ਜਿਹੜੀ ਵਾਲ ਤੇ ਹਿੱਟ ਕਰਦੇ ਪਏ ਇਸ ਵਾਲ ਦਾ ਏਰੀਆ ਜਿਹੜਾ ਉਹਨੂੰ A ਮੰਨ ਲਵਾਂ ਤੇ ਆਹ ਮੋਲੀਕਿਊਲ ਦਾ ਡਿਸਟੈਂਸ ਆ ਗਿਆ ਤੇ ਆਹ ਦੋ ਵਾਲ ਜਿਹੜੀਆਂ ਨੇ ਮੇਰੀਆਂ ਆ ਜਿਹੜੀਆਂ ਦੋ ਵਾਲ ਨੇ ਜੇ ਇੱਥੇ ਵੱਜ ਕੇ ਮੋਲੀਕਿਊਲ ਆਹ ਵਾਲ ਤੇ ਹਿੱਟ ਕਰਦਾ ਇਹਦਾ ਏਰੀਆ A ਗਿਵਨ ਆ ਤੇ ਡਿਸਟੈਂਸ ਆ ਜਿਹੜਾ ਉਹਨੇ ਕਵਰ ਕਰਨਾ ਇਹ ਮੇਰੇ ਕੋਲ x ਗਿਵਨ, ਏਰੀਆ ਨੂੰ ਇਸ ਡਿਸਟੈਂਸ ਦੇ ਨਾਲ ਮਲਟੀਪਲਾਈ ਕਰਾ ਤੇ ਆਹ ਦੋਨਾਂ ਦੇ ਵਿਚਲਾ ਪੂਰਾ ਵੋਲਿਊਮ ਬਣ ਜੂ। Yes, sir. Yes, बेटे sir. गल तुम्हें लगती भी पुत्र वो बच्चे सारे नु समझ आ रही जो दसदा पिया। Yes, sir. Yes, sir. Yes, sir. सो इथे जे एज सच ਆਪਾਂ Yes, ਟੋਟਲ sir. ਨੰਬਰ ਆਫ ਮੋਲੀਕਿਊਲਸ ਕੱਢਨੇ ਆ ਤੇ ਮੈਨੂੰ ਐਜ ਸਚ ਯੂਨਿਟ ਵੋਲਿਊਮ ਦੇ ਮੋਲੀਕਿਊਲਸ ਇਹ ਮੇਰਾ ਪ੍ਰੀ ਡਿਫਾਈਨਡ ਵੇਰੀਏਬਲ ਆ ਇਨਟੂ ਟੋਟਲ ਵੋਲਿਊਮ। ਵੋਲਿਊਮ ਪੂਰਾ ਕਰਨ ਵਾਸਤੇ ਜਿੰਨਾ ਵਾਲ ਦਾ ਏਰੀਆ ਵਾ ਉਹਨੂੰ ਇਸ ਡਿਸਟੈਂਸ ਨਾਲ ਮਲਟੀਪਲਾਈ ਕਰ ਲਈਏ ਤੇ ਏਰੀਆ ਇਨਟੂ ਡਿਸਟੈਂਸ ਵੋਲਿਊਮ ਬਣ ਜਾਏਗਾ। देयरफॉर अपनी टर्म आ जाएगी n into a into vx into delta t। आ मेरा इतना टोटल वॉल्यूम आ ਤੇ यूनिट वॉल्यूम ਦੇ ਮੋਲੀਕਿਊਲ ਮੇਰੇ ਕੋਲ n ਗਿਵਨ ਆ। क्या इन्नी टर्म क्लियर है जी? Yes, sir. Yes, sir. Yes, sir.
Yes, ਓਕੇ sir. ਹੁਣ ਅੱਗੇ ਸਮਝੋ ਗੱਲ ਧਿਆਨ ਨਾਲ ਆਪਣੇ ਕੋਲ ਟੋਟਲ ਨੰਬਰ ਆਫ ਮੋਲੀਕਿਊਲਸ ਆ ਗਏ ਕਿ ਆਪਣੇ ਕੰਟੇਨਰ ਚ ਕਿੰਨੇ ਆ ਪਰ ਆਪਾਂ ਜੈਸੀ ਜੀ ਇੱਕ ਮੋਲੀਕਿਊਲ ਜਦੋਂ ਵਾਲ ਤੇ ਹਿੱਟ ਕਰਦਾ ਇੰਨਾ ਮੋਮੈਂਟਮ ਡਿਲੀਵਰ ਕਰਦਾ ਠੀਕ ਹੈ ਹੁਣ ਆਪਾਂ ਇਹ ਦੇਖੀਏ ਕਿ ਟੋਟਲ ਸਾਰੇ ਮੋਲੀਕਿਊਲਸ ਨੇ ਕਿੰਨਾ ਮੋਮੈਂਟਮ ਡਿਲੀਵਰ ਕੀਤਾ ਤੇ ਉਹਦੇ ਲਈ ਕੀ ਕਰੀਏ ਇੱਕ ਦਾ ਪਤਾ ਵਾ ਟੋਟਲ ਮੋਲੀਕਿਊਲ ਪਤਾ ਮਲਟੀਪਲਾਈ ਕਰ ਦੋ ਪਰ ਇੱਕ ਚੀਜ਼ ਥੋੜੀ ਜਿਹੀ ਆਪਾਂ ਇਹਦੇ ਚ ਐਡ ਕਰਨ ਲੱਗੇ ਕਿ ਕਹਿੰਦਾ ਜੀ ਜਿੰਨੇ ਕੰਟੇਨਰ ਚ ਮੋਲੀਕਿਊਲਸ ਆ क्या इक्को बारी सारे दूजी वॉल वाल हिट करन चले गए No, sir. इदा तो नहीं होएगा ना कि No, जिन्ने sir. भी कंटेनर दे मॉलिक्यूल्स ने जिन्ने अपने कोल कंटेनर दे मॉलिक्यूल सारे इक्को बारी चले गए पिछे वैक्यूम क्रिएट हो गया ये तो होएगा नहीं इट मींस ਆਪਾਂ ਕਹਿੰਦੇ कंटेनर दे अंदर ਜਿਹੜੇ मॉलिक्यूल्स ने ਉਹ रैंडमली ਜਦੋਂ मूव ਕਰਦੇ ਕੋਈ वॉल ਤੇ ਹਿੱਟ ਕਰਕੇ ਆ ਰਿਹਾ ਕੋਈ वॉल ਤੇ ਹਿੱਟ ਕਰਨ ਜਾ ਰਿਹਾ ਹੈ ਨਾ ਇਹਦਾ ਮਤਲਬ ਔਨ ਅਸੀਂ ਉਹਨੂੰ ਜੇ ਲੈ ਕੇ ਚੱਲੀਏ ਅਸੀਂ ਕਹਿੰਦੇ ਜੀ ਐਟ ਏ ਟਾਈਮ ਸਾਰੇ ਮੋਲੀਕਿਊਲ ਇਕੱਠੇ ਨਹੀਂ ਗਏ ਐਟ ਏ ਟਾਈਮ ਅਸੀਂ ਕਹਿੰਦੇ ਜੀ ਜ਼ੀਰੋ ਮੋਲੀਕਿਊਲ ਨਹੀਂ ਗਿਆ ਅਸੀਂ ਕਹਿੰਦੇ ਐਵਰੇਜ ਕੱਢ ਦਿਓ ਕਿ ਵੀ ਐਵਰੇਜ ਡੈਲਟਾ ਟੀ ਸੈਕਿੰਡ ਦੇ ਅੰਦਰ ਕਿੰਨੇ ਮੋਲੀਕਿਊਲ ਵਾਲ ਤੇ ਹਿੱਟ ਕਰਦੇ ਤੇ ਐਵਰੇਜ ਕੱਢਣ ਵਾਸਤੇ ਅਸੀਂ ਉਹਦੀਆਂ ਲਿਮਿਟਸ ਐਕਸਟ੍ਰੀਮ ਦੋਨੋਂ ਲੈ ਲਈਆਂ ਮਿਨੀਮਮ ਤੇ ਮੈਕਸਿਮਮ ਕਿ ਇੱਕ ਟਾਈਮ ਤੇ ਜ਼ੀਰੋ ਮੋਲੀਕਿਊਲ ਵਾਲ ਤੇ ਹਿੱਟ ਕੀਤਾ ਹੋਵੇ ਔਰ ਇੱਕ ਟਾਈਮ ਤੇ ਸਾਰੇ ਹਿੱਟ ਕੀਤੇ ਹੋਣ ਇਹਨਾਂ ਦੋਨਾਂ ਦੀ ਐਵਰੇਜ ਜਿੰਨੀ ਆ ਜਾਏਗੀ that is the number of molecules which are hitting the wall of container ਇਹ ਸਿਰਫ ਇੱਕ assumption ਆ ਬੇਟੇ ਠੀਕ ਹੈ ਐਟ ਏ ਟਾਈਮ ਇਹ ਜ਼ਰੂਰੀ ਨਹੀਂ ਹੋਏਗਾ ਮੈਂ ਕਹਾਂ ਜੀ ਕਿ ਵੀ ਜੇ 10 ਮੋਲੀਕਿਊਲ ਕੰਟੇਨਰ ਚ ਆ ਤੇ ਮੇਰੇ ਕੋਲ ਜਿਹੜੇ ਔਨ ਐਨ ਐਵਰੇਜ ਹਰ ਵਾਰੀ 5 ਹੀ ਡੈਲਟਾ ਟੀ ਸੈਕਿੰਡ ਚ ਕੋਲਾਈਡ ਕਰਨੇ ਪਰ ਇਹ ਇੱਕ assumption ਬੇਸ ਆ ਕਿ ਅਸੀਂ ਕਹਿੰਦੇ ਜੀ 0 ਤੇ ਫਿਰ ਦੂਜੀ ਵਾਰੀ 10 ਮੋਲੀਕਿਊਲ ਇਹਨਾਂ ਦੋਨਾਂ ਦੀ ਐਵਰੇਜ ਕੱਢ ਦਿਓ ਜੀ ਤੇ ਐਵਰੇਜ ਕੱਢਣ ਲਈ 0 + 10/2 ਕਰ ਲਵਾਂ ਤੇ ਮੈਂ ਕਿਹਾ ਜੀ ਔਨ ਐਨ ਐਵਰੇਜ 5 ਮੋਲੀਕਿਊਲ ਜਿਹੜੇ ਡੈਲਟਾ ਟੀ ਸੈਕਿੰਡ ਚ ਵਾਲ ਤੇ ਹਿੱਟ ਕਰਦੇ ਉਹ 4 ਵੀ ਹੋ ਸਕਦੇ ਆ ਉਹ 6 ਵੀ ਹੋ ਸਕਦੇ ਆ ਬਟ ਅਸੀਂ ਉਹਦੀ ਐਵਰੇਜ ਜਿਹੜੀ ਆ ਉਹ ਉਹਦੀ ਮੈਕਸਿਮਮ ਤੇ ਮਿਨੀਮਮ ਵੈਲਿਊ ਨਾਲ ਕੱਢ ਲਾਂਗੇ ਕਿ ਇੰਨੀ ਗੱਲ ਸਮਝ ਲੱਗੀ Yes, sir. ਸੋ Yes, ਨੈਕਸਟ ਸਟੈਪ ਇੰਪੋਰਟੈਂਟ ਹੋਏਗਾ ਨੈਕਸਟ ਸਟੈਪ ਦੇ ਅੰਦਰ ਅਸੀਂ ਕੀ ਕਰਨੇ ਠੀਕ ਹੈ ਜੋ ਬੋਲ ਰਹੇ ਆ ਇਹ ਥਿਊਰੀ ਐਡ ਕਰੋਗੇ ਤੁਸੀਂ ठीक है all the gas molecule they are not to be hitting the wall at the same time ठीक है जी जे सारे molecule नहीं करते तो we are calculating the average of the gas molecule which are hitting the wall in delta t second अपने लिए time involved delta t ਆ है ना ਅਸੀਂ ਕਹਿੰਦੇ delta t second ਦੇ ਅੰਦਰ gas molecule ਕਿੰਨੇ ਹਿੱਟ ਕੀਤੇ ਆ ਉਹਨੂੰ ਅਸੀਂ ਐਵਰੇਜ ਬੇਸ ਕੱਢਾਂਗੇ ਤੇ therefore ਆਪਣੇ ਕੋਲ ਕੰਡੀਸ਼ਨ ਆ ਜਾਏਗੀ on an average on an average number of gas molecule on an average number of gas molecules hitting the wall of container ठीक है in delta t second ਉਹਨੂੰ ਸਿੰਬਲ n ਡੈਸ਼ ਦੇ ਦੋ ਭਾਵੇਂ n ਡੈਸ਼ ਦੀ ਵੈਲਿਊ ਅਸੀਂ ਕੀ ਬਣਾ ਦਈਏ 0 + n/2 ਜਿੰਨੇ ਤੁਹਾਡੇ ਕੰਟੇਨਰ ਚ ਟੋਟਲ ਮੋਲੀਕਿਊਲ ਆ ਜੇ ਉਹ ਸਾਰੇ ਹਿੱਟ ਕਰਨ ਤੇ ਇੱਕ ਟਾਈਮ ਤੇ 0 ਹਿੱਟ ਕੀਤਾ ਅਸੀਂ ਉਹਦੀ ਐਵਰੇਜ n/2 ਇਥੋਂ ਕਿੰਨਾ ਜੀ ਡਿਫਾਈਨ ਕਰ ਲਾਂਗੇ ਇਹਦਾ ਮਤਲਬ ਜਿੰਨਾ ਆ ਨੰਬਰ ਆਫ ਮੋਲੀਕਿਊਲਸ ਦਾ ਪਾਰਟ ਬਣਿਆ ਅਸੀਂ ਮੰਨਿਆ ਇਹਦੇ ਵਿੱਚੋਂ ਐਵਰੇਜ ਹਾਫ ਮੋਲੀਕਿਊਲ ਡੈਲਟਾ ਟੀ ਸੈਕਿੰਡ ਹਿੱਟ ਕਰਦੇ ਪਏ ਬਾਕੀ ਰੈਂਡਮਲੀ ਕਹਿੰਦਾ ਜੀ ਮੂਵ ਕਰਦੇ ਪਏ सो ਇਹਦਾ ਮਤਲਬ ਆਪਣੇ ਨੰਬਰ ਆਫ ਮੋਲੀਕਿਊਲਸ ਆ ਜਾਣੇ ਆ ਹਾਫ ਆਫ n BABX into delta T क्या आ टर्म समझ आई जी इतना Yes, मेरा बच्चे yes, sir. yes, ਹੁਣ ਆਪਣੇ ਕੋਲ ਆ ਗਿਆ ਕਿ ਵੀ ਕਿੰਨੇ ਮੋਲੀਕਿਊਲ ਡੈਲਟਾ ਟੀ ਸੈਕਿੰਡ ਚ ਹਿੱਟ ਕਰਦੇ ਇੱਕ ਮੋਲੀਕਿਊਲ ਜਦੋਂ ਹਿੱਟ ਕਰਕੇ ਆਇਆ ਸੀ ਕਿੰਨਾ ਮੋਮੈਂਟਮ ਦੇ ਕੇ ਆਇਆ ਸੀ ਵਾਲ ਨੂੰ 2 MVX. 2 MVA. +2 MVX ਇੱਕ ਮੋਲੀਕਿਊਲ ਨੇ ਮੋਮੈਂਟਮ ਡਿਲੀਵਰ ਕੀਤਾ ਤੇ ਇੰਡੀਆ ਨੇ ਕਿੰਨਾ ਕੀਤਾ ਇਨਟੂ ਕਰ ਲਾਂਗੇ देयरफॉर ਮੇਰੇ ਕੋਲ ਮੋਮੈਂਟਮ ਸਾਰੇ ਗੈਸ ਮੋਲੀਕਿਊਲ ਦਾ ਆ ਗਿਆ ਫਿਰ ਮੋਮੈਂਟਮ ਨੂੰ ਟਾਈਮ ਨਾਲ ਡਿਵਾਈਡ ਕਰ ਲਾਂਗੇ ਮੇਰੇ ਕੋਲ ਮੋਮੈਂਟ ਜਿਹੜੀ ਐਸਐਚ ਵਾਲ ਤੇ ਫੋਰਸ ਲੱਗੇਗੀ ਉਹ ਨਿਕਲ ਆਏਗੀ ਉਸ ਫੋਰਸ ਨੂੰ ਵਾਲ ਦੇ ਏਰੀਆ ਨਾਲ ਡਿਵਾਈਡ ਕਰ ਲਾਂਗਾ ਮੇਰੇ ਕੋਲ ਪ੍ਰੈਸ਼ਰ ਆ ਜਾਏਗਾ ਜਿੰਨਾ ਪ੍ਰੈਸ਼ਰ x ਤੇ ਆਏਗਾ ਉਨਾ ਹੀ ਪ੍ਰੈਸ਼ਰ ਮੰਨਾਂਗੇ y ਤੇ ਆਣਾ ਉਨਾ ਹੀ ਪ੍ਰੈਸ਼ਰ ਮੇਰੇ ਕੋਲ z ਤੇ ਆਣਾ ਅਸੀਂ ਫਿਰ ਔਨ ਉਹਦੀ ਐਵਰੇਜ ਜਿਹੜੇ ਪ੍ਰੈਸ਼ਰ ਆ ਕਿਸੇ ਵੀ ਡਾਇਰੈਕਸ਼ਨ ਚ ਉਹ ਡਿਫਾਈਨ ਕਰ ਦਾਂਗੇ ਕਲੀਅਰ ਹੈ ਨੀ ਗੱਲ yes, sir. ਚਲੋ Yes, sir. ਇਹਦੀ ਫੋਟੋ ਕਲਿੱਕ ਕਰਦਾ ਠੀਕ ਹੈ ਫਿਰ ਇਸ ਤੋਂ ਬਾਅਦ ਉੱਪਰ ਲਿਖਦੇ ਆਪਾਂ
चल समझिए बेटा नेक्स्ट इसे था तो शुरू कर रहे हैं सो अपने को जेड़ा एसएच टोटल मोमेंटम कट दो इतों देयरफॉर टोटल मोमेंटम डिलीवर्ड to wall molecules is given by ठीक है ਉਹਨੂੰ SH px ਲਿਖਦੇ ਨੇ small px ਇੱਕ ਦਾ ਲਿਖਿਆ ਸੀ capital px ਜਿਹੜਾ ਆਪਾਂ ਇਹਦਾ ਡਿਫਾਈਨ ਕਰ ਦੋ ਪ੍ਰੈਸ਼ਰ ਦਾ ਵੀ ਕੁਝ ਵੇਰੀਏਬਲ ਇਹਦੇ ਨਾਲ ਹੀ ਲੈਣਾ ਠੀਕ ਹੈ ਉਹ ਆਪਣੇ ਕੋਲ ਆ ਜਾਏਗਾ ਜੀ half NaVx into delta T total molecules ਆ ਗਏ into ਆਪਣੇ ਕੋਲ SH2 MVX ਇੱਕ ਗੈਸ ਮੋਲੀਕੂਲ ਦਾ ਮੋਮੈਂਟਮ ਸੀਗਾ देयरफॉर ਇਹਨੂੰ ਸੋਲਵ ਕਰ ਲਓ ਤੇ ਆਪਣੇ ਕੋਲ ਜਿਹੜਾ ਮੋਮੈਂਟਮ x ਐਕਸਿਸ ਦੇ ਲੌਂਗ ਆਪਾਂ ਡਿਲੀਵਰ ਕੀਤਾ ਉਹਦੀ ਵੈਲਿਊ ਆ ਜਾਏਗੀ mna vx² delta t ਇੰਨਾ ਮੋਮੈਂਟਮ ਅਸੀਂ ਲੈ ਕੇ ਚੱਲਦੇ ਪਏ x ਐਕਸਿਸ ਦੇ ਉੱਤੇ ਮੇਰੇ ਕੋਲ ਜਿਹੜੇ ਨੇ ਉਹ ਗੈਸ ਮੋਲੀਕੂਲ ਜਿਹੜੇ ਵਾਲ ਤੇ ਹਿੱਟ ਕਰਦੇ ਆ ਇੰਨਾ ਮੋਮੈਂਟਮ ਵਾਲ ਨੂੰ ਡਿਲੀਵਰ ਕਰਦੇ ਆ ਤੇ ਜਦੋਂ ਇੰਨਾ ਮੋਮੈਂਟਮ ਵਾਲ ਨੂੰ ਡਿਲੀਵਰ ਹੋਏਗਾ ਇਹਦੇ ਕਰਕੇ ਵਾਲ ਦੇ ਉੱਤੇ ਫੋਰਸ ਐਗਜ਼ਰਟ ਹੋਏਗੀ ਨਿਊਟਨ ਸੈਕੰਡ ਲਾਅ ਦੇ ਅਕੋਰਡਿੰਗਲੀ इसलिए जो नेक्स्ट लाइन च लिखिए अकॉर्डिंग टू न्यूटन सेकंड लॉ ठीक है अपने को फोर्स जेडी होएगी दैट इज इक्वल टू कहना जी हाउ मच मोमेंटम विल बी डिलीवर्ड टू द वॉल ये ओदा चेंज इन मोमेंटम ही आया बेटा ठीक है पर यूनिट कहना जी डेल्टा टी ठीक है जी बेशक इनु तुसी एसएच डेल्टा पीएक्स सिंबल नाल ही चला लो बेटा डेल्टा नाल ही सिंबल चला लो नहीं तो फिर ਤੁਹਾਨੂੰ ਇੱਕ ਭੁਲੇਖਾ ਬਣ ਜਾਏਗਾ ਕਿ ਵੀ ਆਪਾਂ ਉੱਪਰ ਮੋਮੈਂਟਮ ਲਿਖਿਆ ਥੱਲੇ ਚੇਂਜ ਇਨ ਟਾਈਮ ਆ ਇਹ ਚੇਂਜ ਇਨ ਮੋਮੈਂਟਮ ਹੈ ਇਹ ਚੇਂਜ ਇਨ ਟਾਈਮ ਇੰਟਰਵਲ ਆ ਡੈਲਟਾ ਵੇਰੀਏਬਲ ਹੀ ਡਿਫਾਈਨ ਕਰ ਦੋ ਤੇ ਆ ਵੈਲਿਊ ਤੇ ਪੁੱਟ ਅਪ ਕਰ ਲਓ ਤੇ देयरफॉर ਆਪਣੇ ਕੋਲ x ਐਕਸਿਸ ਦੇ ਲੌਂਗ ਜਿਹੜਾ ਫੋਰਸ ਹੋਏਗੀ ਉਹਦੀ ਵੈਲਿਊ ਬਣ ਜਾਣੀ mna vx² delta t by delta t ਆ ਟਰਮ ਆਪਣੀ ਨਿਕਲ ਜਾਣੀ ਆ एमल x एक्सिस दे लॉन्ग फोर्स आ जाएगी mna vx²। क्या इतना क्लियर? Yes, sir. Yes, sir. हाँ जी sir. कोई बाकी हैगे हो? Yes, sir. Yes. Yes, sir. ਹੁਣ ਜਿੰਨੀ ਆਪਣੇ ਕੋਲ ਫੋਰਸ ਆਈ ਆ ਹੁਣ ਆਪਾਂ ਇਤੋਂ ਕੈਲਕੂਲੇਟ ਕਰਨਾ ਪ੍ਰੈਸ਼ਰ x ਐਕਸਿਸ ਦੇ ਲੌਂਗ ਵਾਲ ਤੇ ਕਿੰਨਾ ਡਿਲੀਵਰ ਹੋਇਆ ਨਾਓ pressure exerted along x axis ਜਦੋਂ ਤੁਹਾਡਾ ਮੋਮੈਂਟਮ ਵਾਲੀ ਟਰਮ ਤੇ ਗੈਸ ਮੋਲੀਕੂਲ ਦੀ ਗਿਣਤੀ ਟੋਟਲ ਸਹੀ ਕੱਢ ਲਓਗੇ ਤੇ ਆ ਸਟੈਪ ਦਾ ਸੀਕੁਐਂਸ ਹੀ ਉਸ ਤੋਂ ਬਾਅਦ ਸਿੱਧਾ ਬੰਦਾ ਜਾਂਦਾ pressure exert along x axis equal to ਉਹਨੂੰ px ਸਿੰਬਲ ਰੱਖ ਰਿਆ ਆ ਡੈਲਟਾ px ਨਾਲ ਚੇਂਜ ਇਨ ਮੋਮੈਂਟਮ ਸੀਗਾ ਠੀਕ ਹੈ ਆਪਣੇ ਕੋਲ ਪ੍ਰੈਸ਼ਰ ਹੋ ਗਿਆ ਫੋਰਸ ਪਰ ਯੂਨਿਟ ਏਰੀਆ so mna into vx² by कहता जी एरिया आ जाएगा आ कैंसल आउट कर लो ते x एक्सिस दे अलोंग जेड़ा प्रेशर होएगा वॉल दे ऊते ओदी वैल्यू आ जाएगी mn into vx²। क्या आ क्लियर है जी? Yes, sir. Yes, sir. एक वेरिएबल विच आपां जे ऐड कर लिया आपां इदा कह दिन्ने कि गैस मॉलिक्यूल x एक्सिस ते मूव करे एक मॉलिक्यूल मूव करे दूजा करे तीजा करे ਅਸੀਂ ਇੱਥੇ ਜਿਹੜੀ ਇੱਕ ਪਹਿਲੋ ਗੈਸ ਮੋਲੀਕੂਲ ਦੀ ਵੈਲਿਊ ਦੱਸੀ ਨਾ ਬੇਟਾ ਅਸੀਂ ਮੰਨ ਕੇ ਚੱਲਦੇ ਪਏ ਕਿ ਕਿਸੇ ਵੀ ਐਕਸਿਸ ਦੇ ਉੱਤੇ ਜਿਹੜੇ ਗੈਸ ਮੋਲੀਕੂਲ ਮੂਵ ਕਰਦੇ ਪਏ ਆ ਇਨ ਆਲ ਦਾ ਡਾਇਰੈਕਸ਼ਨ ਕਿਉਂਕਿ ਗੈਸ ਡੈਂਸਿਟੀ ਯੂਨੀਫਾਰਮ ਆ ਉਹਦੀ ਕਨਸੈਂਟ੍ਰੇਸ਼ਨ ਸਾਰੇ ਪਾਸੇ ਸੇਮ ਆ ਇਸ ਲਈ ਗੈਸ ਮੋਲੀਕੂਲ ਦੇ ਕਿਸੇ ਵੀ ਐਕਸਿਸ ਤੇ ਟਰੈਵਲ ਕਰਨ ਦੀ ਸਪੀਡ ਜਿਹੜੀ ਆ ਹਨਾ ਉਹ ਵੀ ਯੂਨੀਫਾਰਮ ਹੋਊਗੀ। Yes, sir. ਪੁੱਤ ਕਹਿਣਾ ਹੀ ਚਾਹ ਰਿਹਾ ਕਿ ਜੇ ਗੈਸ ਮੋਲੀਕੂਲ x ਐਕਸਿਸ ਦੇ ਉੱਤੇ 4 ਮੀਟਰ ਪਰ ਸੈਕਿੰਡ ਦੀ RMS ਵੈਲਿਊ ਰੱਖਦਾ y ਤੇ ਵੀ ਉਨੀ ਹੋਏਗੀ z ਤੇ ਵੀ ਉਨੀ ਹੋਏਗੀ ਇਹਦਾ ਮਤਲਬ ਇਹਦੀ ਅਜ਼ੰਪਸ਼ਨ ਇਹ ਸੀਗੀ ਕਿ ਡੈਂਸਿਟੀ ਯੂਨੀਫਾਰਮ ਆ ਕਨਸੈਂਟ੍ਰੇਸ਼ਨ ਯੂਨੀਫਾਰਮ ਆ ਇਸ ਕਰਕੇ ਕਿਸੇ ਵੀ ਡਾਇਰੈਕਸ਼ਨ ਚ ਮੋਲੀਕੂਲ ਸੇਮ ਸਪੀਡ ਨਾਲ ਟਰੈਵਲ ਕਰਦਾ ਇਸ ਲਈ ਜੇ ਆ ਪ੍ਰੈਸ਼ਰ ਦੀ ਵੈਲਿਊ ਮੇਰੇ ਕੋਲ x ਐਕਸਿਸ ਦੇ ਉੱਤੇ ਆਈ ਆਪਾਂ ਇਹਨੂੰ ਹੁਣ ਕੀ ਲਿਖਣ ਲੱਗੇ as density is uniform in all directions therefore
vx square equal to vy square equal to vz square. Velocity किसी भी axis ਦੇ ਉੱਤੇ ਲਿਖਾਂ, it should be equal as well as it should be equal to 1/3 of c square. ਇਹ ਟਰਮ ਕਿੱਥੋਂ ਬਣਾਈ? ਤੇ ਇਹਦੇ ਲਈ ਆਪਾਂ ਇੱਥੇ ਵਾਪਸ ਚੱਲਦੇ ਹਾਂ, ਜਿਹੜਾ ਪਹਿਲਾ ਸਟੈਪ ਬਣਾਇਆ ਸੀ। ਇੱਥੇ ਜਦੋਂ ਆਪਾਂ ਵੈਲੋਸਿਟੀ ਡਿਫਾਈਨ ਕਰੀਏ, ਠੀਕ ਹੈ, ਇਥੋਂ ਆਪਾਂ ਇਹਨੂੰ c ਸਕੁਅਰ ਡਿਫਾਈਨ ਕਰ ਦਈਏ ਤੇ c ਸਕੁਅਰ ਆ ਗਿਆ vx ਸਕੁਅਰ ਪਲੱਸ vy ਸਕੁਅਰ ਪਲੱਸ vz ਸਕੁਅਰ, ਹੈ ਨਾ। ਤੇ ਇੱਥੇ ਜੇ ਸਾਰੇ ਪਾਸੇ ਆ ਵੇਰੀਏਬਲ ਮੇਰੇ ਸੇਮ ਆ, vx ਦੀ ਵੈਲਿਊ, vy ਦੀ ਵੈਲਿਊ, vz ਦੀ ਵੈਲਿਊ ਸੇਮ ਆ, ਤੇ ਤਿੰਨਾਂ ਦੇ ਥਾਂ ਤੇ ਜੇ ਮੈਂ ਕੱਲਾ vx ਹੀ ਲਿਖ ਲਵਾਂ ਤੇ ਇਹਦਾ ਮਤਲਬ c ਸਕੁਅਰ 3 ਟਾਈਮ vx ਸਕੁਅਰ ਆ ਜਾਊ। Yes, sir. Yes, sir. ਆਪਣਾ ਜਿਹੜਾ ਜਿਹੜਾ ਆਪਣਾ vx ਸਕੁਅਰ ਹੋਏਗਾ ਉਹ 1/3 of c ਸਕੁਅਰ ਬਣ ਜਾਊ। Yes, sir. Yes, sir. ਲੱਗੀ ਬੇਟਾ ਸਾਰਿਆਂ ਨੂੰ? ਕਿਉਂਕਿ ਆਪਾਂ ਅਸੰਪਸ਼ਨ ਇਹ ਦਿੱਤੀ ਆ ਗੈਸ ਮੋਲੀਕੂਲ ਦੀ ਡੈਂਸਿਟੀ ਸਾਰੇ ਪਾਸੇ ਸੇਮ ਆ, ਤੇ ਜੇ ਸਾਰੇ ਪਾਸੇ ਉਹਦੀ ਯੂਨੀਫਾਰਮ ਕਨਸੈਂਟ੍ਰੇਸ਼ਨ ਆ ਤੇ ਗੈਸ ਮੋਲੀਕੂਲ ਦੀ ਵੈਲੋਸਿਟੀ ਵੀ ਸੇਮ ਆ, ਇਸ ਲਈ vx vy vz ਕੰਪੋਨੈਂਟ ਆਪਸ ਵਿੱਚ ਇਕੁਅਲ ਆ। ਤੇ ਜੇ ਇਕੁਅਲ ਆ ਤੇ ਫਿਰ ਜੇ c ਦੀ ਫਾਰਮ ਚ ਆਪਾਂ ਰਿਜ਼ਲਟ ਲਿਖਣਾ ਵੇ vx vy ਜਾਂ vz ਨੂੰ, ਤੇ ਉਹ ਵੈਲਿਊ ਮੇਰੇ ਕੋਲ ਕਿਸੇ ਵੀ ਇੱਕ ਡਾਇਰੈਕਸ਼ਨ ਚ 1/3 ਆਫ ਟੋਟਲ ਹੋਏਗੀ। Yes, sir. Yes, sir. ਆ ਜਿਹੜਾ ਆਪਣੇ ਕੋਲ ਬਣ ਜਾਏਗਾ, ਇਸ ਵੈਲਿਊ ਨੂੰ ਜੇ ਮੈਂ ਇੱਥੇ ਸਬਸਟੀਟਿਊਟ ਕਰ ਲਵਾਂ ਤੇ ਮੇਰੇ ਕੋਲ ਜਿਹੜਾ ਐਸਐਚ ਇਹਦੀ ਵੈਲੋਸਿਟੀ ਸੇਮ ਹੋਣ ਕਰਕੇ ਪ੍ਰੈਸ਼ਰ ਵੀ ਸਾਰੇ ਐਕਸਿਸ ਤੇ ਸੇਮ ਹੋਏਗਾ। Yes, sir. ਕਿਉਂਕਿ ਪੁੱਤ m ਤੇ ਮੇਰਾ ਸੇਮ ਆ ਨਾ, vx vy vz ਅਸੀਂ ਕਹਿੰਦੇ ਜੀ ਔਨ ਐਨ ਐਵਰੇਜ ਆਪਸ ਵਿੱਚ ਸੇਮ ਆ, ਤੇ देयरफॉर ਜੇ ਆਪਾਂ ਪ੍ਰੈਸ਼ਰ ਡਿਫਾਈਨ ਕਰੀਏ x ਐਕਸਿਸ ਦੇ ਅਲੋਂਗ, ਪ੍ਰੈਸ਼ਰ y ਦੇ ਅਲੋਂਗ ਕੱਢਣਾ ਹੋਵੇ ਜਾਂ z ਦੇ, ਆਪਾਂ ਕਿਸੇ ਵੀ ਇੱਕ ਡਾਇਰੈਕਸ਼ਨ ਚ ਪ੍ਰੈਸ਼ਰ ਕੱਢਣਾ ਕਿਸੇ ਵੀ ਇੱਕ ਇਨਸਟੈਂਟ ਤੇ ਉਹ ਸਾਰਿਆਂ ਦੀ ਕਾਮਨ ਵੇਰੀਏਬਲ p ਪਾ ਲਾਂਗੇ। ਆ ਦੋਨੋਂ ਕੰਡੀਸ਼ਨ ਇੱਥੇ ਸਬਸਟੀਟਿਊਟ ਕਰ ਲਈਏ ਤੇ ਆਪਣੇ ਇੱਥੇ ਐਕਸਪ੍ਰੈਸ਼ਨ ਚ ਵੈਲਿਊ ਆ ਜਾਏਗੀ p ਇਕੁਅਲ ਟੂ, ਠੀਕ ਹੈ ਜੀ, m into n into 1/3 of the c square। ਆ ਲਿਖ ਸਕਦੇ ਆਪਾਂ? Yes, sir. Yes, sir. Yes, sir. ਚਲ ਹੁਣ ਇਸ ਟਰਮ ਨੂੰ ਆਪਾਂ ਜੇ ਐਸਐਚ ਕਹਿੰਦਾ ਜੀ ਕੰਪਲੀਟ ਕਰ ਦਈਏ, ਸਮਾਲ n ਕੀ ਸੀਗਾ ਆਪਣਾ? Number of molecules. ਧਿਆਨ ਨਾਲ ਦੇਖੋ, ਸੋਚ ਕੇ ਬੋਲੋ ਬੇਟਾ। ਨੰਬਰ ਆਫ ਮੋਲੀਕਿਊਲਸ ਪਰ Per unit volume. ਇਹ ਟੋਟਲ ਮੋਲੀਕਿਊਲ ਨਹੀਂ ਹੈਗੇ, ਸਮਾਲ n ਸਿੰਬਲ ਮੇਰਾ ਐਸਐਚ ਨੰਬਰ ਆਫ ਮੋਲੀਕਿਊਲ ਯੂਨਿਟ ਵੋਲੀਅਮ ਦਾ ਦੱਸੇਗਾ। ਇਹਦਾ ਮਤਲਬ ਜੇ ਮੈਂ ਇੱਥੇ ਆ ਡਿਫਾਈਨ ਕਰਦਾ n ਇਕੁਅਲ ਟੂ ਕੈਪੀਟਲ N/V, ਯਾਨੀ ਟੋਟਲ ਨੰਬਰ ਆਫ ਗੈਸ ਮੋਲੀਕਿਊਲ ਨੂੰ ਟੋਟਲ ਵੋਲੀਅਮ ਨਾਲ ਡਿਵਾਈਡ ਕਰ ਲਵਾਂ ਤੇ ਯੂਨਿਟ ਵੋਲੀਅਮ ਦੇ ਮੋਲੀਕਿਊਲ ਆ ਗਏ। Yes, sir. Yes, sir. देयरफॉर ਆਪਣੇ ਕੋਲ ਜਿਹੜਾ ਪ੍ਰੈਸ਼ਰ ਹੋਏਗਾ ਉਹਦਾ ਫਾਰਮੂਲਾ mn/v ਇਨਟੂ ਕਿੰਨਾ ਜੀ 1/3 ਆਫ c ਸਕੁਅਰ ਆ ਜਾਏਗਾ। ਤੇ ਜੇ ਮੈਂ ਆ ਦੋ ਟਰਮ ਨੂੰ ਮਲਟੀਪਲਾਈ ਕਰ ਲਵਾਂ, ਸਮਾਲ m ਕਿਹਦਾ ਸਿੰਬਲ ਸੀ? Mass. ਕਿਹਦਾ ਮਾਸ? Mass of each molecule. ਮਾਸ ਆਫ ਈਚ ਮੋਲੀਕਿਊਲ ਹੈ ਨਾ। ਇੱਕ ਗੈਸ ਮੋਲੀਕਿਊਲ ਦਾ ਮਾਸ ਮੇਰੇ ਕੋਲ m ਆ ਤੇ ਮੇਰੇ ਟੋਟਲ ਮੋਲੀਕਿਊਲਸ n ਆ, ਤੇ ਇਹ ਟੋਟਲ ਨੰਬਰ ਟੋਟਲ ਮਾਸ ਡਿਫਾਈਨ ਕਰ ਦੂੰ। Yes, sir. Yes, sir. ਫਿਰ ਦੇ ਵਿੱਚ ਜੇ 50 ਮੋਲੀਕਿਊਲ ਪਏ ਆ ਤੇ ਮੈਨੂੰ ਇੱਕ ਮੋਲੀਕਿਊਲ ਦਾ ਮਾਸ ਪਤਾ 1 ਗ੍ਰਾਮ ਆ, ਇਨਟੂ 50 ਕਰ ਦਵਾਂ ਤੇ ਟੋਟਲ ਮਾਸ ਹੀ ਮਿਲੂਗਾ। ਹਾਂਜੀ ਸਰ। Yes, sir. ਬਣਾਣੇ ਬਟ m into n ਲਿਖ ਦਈਏ ਤੇ that defined to be the capital M, total mass of gas molecules, ਇਹ ਟੋਟਲ ਮਾਸ ਬਣ ਜਾਏਗਾ। ਤੇ ਐਸ ਸੱਚ ਇੱਥੇ ਫਿਰ ਮੇਰੇ ਕੋਲ ਕੀ ਆ ਗਿਆ, ਪ੍ਰੈਸ਼ਰ ਦਾ ਫਾਰਮੂਲਾ 1/3 ਆਫ ਟੋਟਲ ਗੈਸ ਮਾਸ ਆਫ the gas molecules divided by total volume into c square। ਤੇ ਬਟ ਮਾਸ ਬਾਈ ਵੋਲਿਊਮ ਕੀ ਬਣ ਜੂ ਜੀ? Density. Density. ਇਹਦਾ ਮਤਲਬ ਆਪਣੇ ਕੋਲ ਕੀ ਆ ਜਾਏਗਾ ਫਿਰ, ਪ੍ਰੈਸ਼ਰ ਐਗਜ਼ਰਟਡ ਬਾਈ ਐਨ ਆਈਡੀਅਲ ਗੈਸ ਦਾ ਫਾਰਮੂਲਾ 1/3 ਆਫ ਰੋ c ਸਕੁਅਰ। ਆ ਮੇਰੇ ਕੋਲ ਪ੍ਰੈਸ਼ਰ ਦਾ ਫਾਰਮੂਲਾ ਇਨ ਟਰਮ ਆਫ ਕਿੰਨਾ ਜੀ ਆਰਐਮਐਸ ਸਪੀਡ ਤੇ ਡੈਂਸਿਟੀ ਆਫ ਦਾ ਗੈਸ ਮੋਲੀਕੂਲ ਦੀ ਫਾਰਮ ਚ ਆ ਜਾਊਗਾ। क्या ये फॉर्मूला क्लियर है? किधर ड्राइव होया? Yes, sir. Yes, sir. Yes, Yes, sir. sir.
ਕੋਸ਼ਿਸ਼ ਇਹ ਕਰਿਓ ਅੱਜ ਦੇ ਅੱਜ ਹੀ ਇਹ ਡੈਰੀਵੇਸ਼ਨ ਨੂੰ ਨੋਟਸ ਦੇ ਵਿੱਚੋਂ ਇੱਕ ਵਾਰੀ ਚੰਗੀ ਤਰ੍ਹਾਂ ਪੜ੍ਹ ਕੇ ਆਪਣੇ ਹੱਥੀਂ ਇੱਕ ਵਾਰੀ ਲਿਖਣ ਦੀ ਕੋਸ਼ਿਸ਼ ਕਰਿਓ ਬੇਟਾ। ਪੇਪਰ ਦੇ ਅੰਦਰ ਜੇ ਲੌਂਗ ਆਨਸਰ ਕੁਐਸਚਨ ਚੋਂ ਇਸ ਚੈਪਟਰ ਚੋਂ ਕੋਈ ਆਣਾ ਤੇ ਉਹ ਇਹੀ ਡੈਰੀਵੇਸ਼ਨ ਆ, ਠੀਕ ਹੈ। ਇਹ ਤੁਹਾਡੇ ਕੋਲ ਐਸਾ ਚ 5 ਮਾਰਕਸ ਦੇ ਅੰਦਰ ਅਜ਼ੰਪਸ਼ਨ ਦੇ ਨਾਲ ਕਵਰ ਹੋ ਜਾਂਦੀ ਆ, ਠੀਕ ਹੈ, ਜਦੋਂ ਪੇਪਰ ਦੇ ਅੰਦਰ ਪੁੱਛਦੇ ਆਪਾਂ ਇਹਨੂੰ। ਕਲੀਅਰ ਹੈ ਬੱਚੇ ਸਾਰਿਆਂ ਨੂੰ? Yes, sir. Yes, sir. ਚਲੋ, ਇੰਨਾ ਟੌਪਿਕ